ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਹਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਦਰਸ਼ਨ ਪਾਵਾ ਜੇ ਤੁਧ ਭਾਵਾ, ਭਾਏ ਭਗਤ ਸਾਚੇ ਗੁਣ ਗਾਵਾ। ਤੁਧ ਭਾਣੇ ਤੂੰ ਭਾਵਹਿ ਕਰਤੇ, ਆਪੇ ਰਸਨ ਰਸਾਏਂਦਾ। ਦਰਸ਼ਨ ਪਾਵਾ ਜੇ ਤੁਧ ਭਾਵਾ, ਭਾਏ ਭਗਤ ਸਾਚੇ ਗੁਣ ਗਾਵਾ। ਤੁਧ ਭਾਣੇ ਤੂੰ ਭਾਵਹਿ ਕਰਤੇ, ਆਪੇ ਰਸਨ ਰਸਾਏਂਦਾ।
ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਭਏ ਹਰ ਦਾਸ ਤੁਮਾਰੇ। ਆਪ ਗਵਾਏ ਤੇਰਾ ਰੰਗ ਰਾਤੇ, ਅਨ ਦਿਨ ਨਾਮ ਧਿਆਏਂਦਾ। ਈਸਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮਨ ਤੇਰੀ ਸੇਵਾ। ਜਤੀ ਸਤੀ ਕੇਤੇ ਵਨਵਾਸੀ, ਅੰਤ ਨ ਕੋਈ ਪਾਏਂਦਾ। ਬਿਨ ਜਾਣਾਏ ਕੋਇ ਨ ਜਾਣੈ, ਜੋ ਕਿਛ ਕਰੇ ਸੋ ਆਪਨ ਭਾਣੈ। ਲੱਖ 84 ਜੀ ਉਪਾਏ, ਭਾਣੈ ਸਾਹਾ ਲਵਾਏਂਦਾ। ਬਿਨ ਜਾਣਾਏ ਕੋਇ ਨ ਜਾਣੈ, ਜੋ ਕਿਛ ਕਰੇ ਸੋ ਆਪਨ ਭਾਣੈ। ਲੱਖ 84 ਜੀ ਉਪਾਏ, ਭਾਣੈ ਸਾਹਾ ਲਵਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਗੱਦੀ ਤੇ ਵਿਰਾਜਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਆਓ ਜੋ ਸਮਾਂ ਹੈ, ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਦੀ ਵਿਚਾਰ ਦਾ ਸਮਾਂ, ਜੁਨਤਾ ਪ੍ਰਤੀ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਦਰਸ਼ਨ ਪਾਵਾ ਜੇ ਤੁਧ ਭਾਵਾ,
ਭਾਏ ਭਗਤ ਸਾਚੇ ਗੁਣ ਗਾਵਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1034 ਤੋਂ ਪ੍ਰਾਰੰਭ ਹੁੰਦਾ ਹੈ ਤੇ 1035 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਜਿੱਥੇ ਆਰੰਭਤਾ ਵਿੱਚ ਇਹ ਬਚਨ ਕਰਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਦਰਸ਼ਨ ਤਾਂ ਹੋ ਸਕਦੇ ਨੇ ਜੇ ਮਾਲਕ ਤੈਨੂੰ ਭਾਉਂਦਾ ਹੋਵੇ। ਜੇ ਤੂੰ ਕਿਰਪਾ ਕਰੇ ਨਾ ਰਹਿਮਤ ਕਰੇ ਫਿਰ ਜੀਵ ਤੇਰੇ ਦਰਸ਼ਨ ਦੀਦਾਰੇ ਕਰਦੇ ਹਨ। ਜੇ ਤੂੰ ਕਿਰਪਾ ਕਰੇ, ਤੂੰ ਆਪ ਬਖਸ਼ਿਸ਼ ਕਰਕੇ ਜੀਵਾਂ ਪਾਸੋਂ ਨਾਮ ਜਪਾਉਂਦਾ, ਆਪਣੇ ਭਾਣੇ ਵਿੱਚ ਰਜਾ ਵਿੱਚ ਸਾਰੇ ਸੰਸਾਰ ਨੂੰ ਚਲਾ ਰਿਹਾ। ਫਿਰ ਪਾਤਸ਼ਾਹ ਨੇ ਇਹ ਵੀ ਬਚਨ ਕੀਤੇ ਕਿ ਜਿਹੜੇ ਲੋਕ ਅਨੇਕਾਂ ਹੀ ਦੇਵੀ ਦੇਵਤਿਆਂ ਨੂੰ ਪਰਮੇਸ਼ਰ ਮੰਨ ਕੇ ਉਹਨਾਂ ਦੀ ਪੂਜਾ ਅਰਚਨਾ ਵਿੱਚ ਲੱਗੇ ਹੋਏ ਨੇ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਹ ਦੇਵੀ ਦੇਵਤੇ ਇਤਿਆਦਿਕ ਜਿੰਨੇ ਵੀ ਹਨ, ਇਹ ਸਾਰੇ ਹੀ ਉਸ ਮਾਲਕ ਨੂੰ ਚੇਤੇ ਕਰਦੇ ਨੇ, ਮਾਲਕ ਦੀ ਆਰਾਧਨਾ ਕਰਦੇ ਹਨ। ਮਨੁੱਖਾਂ ਦੀ ਨਿਗਾਹ ਦੇ 'ਚ ਬੇਸ਼ੱਕ ਇਹ ਸਤਿਕਾਰਯੋਗ ਨੇ, ਮਨੁੱਖ ਸਤਿਕਾਰ ਦਿੰਦੇ ਨੇ ਇਹਨਾਂ ਨੂੰ, ਪਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਇਹ ਆਮ ਲੋਕ ਨੇ। ਵਾਹਿਗੁਰੂ ਦੀ ਨਿਗਾਹ ਵਿੱਚ ਇਹ ਆਮ ਲੋਕ ਹਨ। ਵਾਹਿਗੁਰੂ ਪਰਮਾਤਮਾ ਇਹਨਾਂ ਪਾਸੋਂ ਆਪ ਹੀ ਬੰਦਗੀ ਕਰਾਏ। ਇਹ ਵੀ ਉਸ ਮਾਲਕ ਵਾਹਿਗੁਰੂ ਦੇ ਅੰਤ ਨੂੰ ਨਹੀਂ ਜਾਣ ਸਕੇ, ਕਿਉਂਕਿ ਵਾਹਿਗੁਰੂ ਹੈ ਹੀ ਬੇਅੰਤ ਹੈ। ਇਸ ਕਰਕੇ ਆਰੰਭਤਾ ਵਿੱਚ ਪਾਤਸ਼ਾਹ ਬਚਨ ਕਰਦੇ ਨੇ ਕਿ ਦਰਸ਼ਨ ਪਾਵਾਂ ਜੇ ਤੁਧ ਭਾਵ। ਹੈ ਪ੍ਰਭੂ ਜੀ, ਤੇਰੇ ਮੈਂ ਦਰਸ਼ਨ ਤਾਂ ਕਰ ਸਕਦਾ ਹਾਂ ਜੇ ਤੁਧ ਭਾਵਾਂ। ਜੇ ਤੈਨੂੰ ਭਾਵੇ, ਤੈਨੂੰ ਚੰਗਾ ਲੱਗੇ ਨਾ, ਫਿਰ ਤੇਰੇ ਦਰਸ਼ਨ ਦੀਦਾਰੇ ਹੋ ਸਕਦੇ ਹਨ। ਤੇਰੇ ਦਰਸ਼ਨ ਦੀਦਾਰੇ ਕਰਨ ਦੇ ਲਈ ਪ੍ਰੇਮਾ ਭਗਤੀ ਕਰਨੀ ਪਵੇਗੀ। ਤੇ ਸਤਿਗੁਰੂ ਕਹਿੰਦੇ ਭਾਏ ਭਗਤ ਸਾਚੇ ਗੁਣ ਗਾਵਾ। ਭਾਏ ਦਾ ਅਰਥ ਹੈ ਪ੍ਰੇਮ, ਕਿ ਪ੍ਰੇਮ ਦੇ ਵਿੱਚ ਆ ਕੇ ਤੇਰੀ ਭਗਤੀ ਕਰਕੇ ਸੱਚੇ ਮਾਲਕ ਜੀ ਮੈਂ ਤੇਰੇ ਗੁਣਾਂ ਦਾ ਗੈਣ ਕਰਨਾ, ਮੇਰੇ ਉੱਤੇ ਇਹ ਬਖਸ਼ਿਸ਼ ਕਰ। ਹੁਣ ਗੱਲ ਚੱਲ ਰਹੀ ਹੈ ਦਰਸ਼ਨ ਦੀ, ਭਾਣੇ ਦੀ। ਦਰਸ਼ਨ ਤਾਂ ਹੋਣੇ ਨੇ ਜੇ ਉਸ ਮਾਲਕ ਦੀ ਕਿਰਪਾ ਹੋਵੇ, ਤੇ ਭਾਣੇ ਵਿੱਚ ਤਾਂ ਚੱਲਿਆ ਜਾ ਸਕਦਾ ਜੇ ਮਾਲਕ ਰਹਿਮਤ ਕਰ ਦੇਵੇ। ਕਿਉਂਕਿ ਭਾਣਾ ਸ਼ਬਦ ਆਖਣ ਨੂੰ ਬੜਾ ਛੋਟਾ ਏ ਤੇ ਮੰਨਣਾ ਬੜਾ ਔਖਾ ਏ। ਉਹਦੀ ਰਜਾ ਦੇ ਵਿੱਚ ਬਹੁਤ ਘੱਟ ਨੇ ਜਿਹੜੇ ਗੁਰੂ ਸਰ ਚੱਲਦੇ ਨੇ, ਜਿਹੜੇ ਉਸ ਮਾਲਕ ਦੀ ਰਜਾ ਨੂੰ ਮਿੱਠਾ ਕਰਕੇ ਮੰਨਣ ਵਾਲੇ ਹਨ। ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਹੇ ਮਾਲਕ ਜੀ, ਤੇਰੇ ਦਰਸ਼ਨਾਂ ਨੂੰ ਸਭ ਕੋਈ ਲੋਚਦਾ ਹੈ। ਹਰ ਇੱਕ ਜੀਵ ਚਾਹੁੰਦਾ ਕਿ ਮੈਨੂੰ ਪ੍ਰਭੂ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ। ਪਰ ਕੋਈ ਨਸੀਬਾਂ ਵਾਲਾ, ਕਰਮਾਂ ਵਾਲਾ ਹੁੰਦਾ ਹੈ, ਜਿਹਦੇ ਪਿਛਲੇ ਚੰਗੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਵੱਧ ਹੁੰਦਾ ਏ, ਚੰਗੇ ਕਰਮ ਕੀਤੇ ਹੁੰਦੇ ਨੇ, ਫਿਰ ਉਹਨਾਂ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਉਹਨਾਂ ਨੂੰ ਮਾਲਕ ਦੇ ਦੀਦਾਰ ਹੁੰਦੇ ਨੇ, ਪ੍ਰਭੂ ਮਿਲਾਪ ਹੁੰਦਾ ਹੈ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਹੇ ਮਾਲਕ ਜੀ, ਦੁਨੀਆ ਦੇ ਲੋਕ ਤੇਰੇ ਦਰਸ਼ਨਾਂ ਨੂੰ ਲੋਚਦੇ ਨੇ, ਤੜਫਦੇ ਨੇ ਸਾਰੇ ਕਿ ਸਾਨੂੰ ਦੀਦਾਰ ਹੋ ਜਾਣ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੈ ਭਾਗ ਪ੍ਰਾਪਤ ਹੋਈ। ਸ਼ਿਆਮ ਸੁੰਦਰ ਤਜ ਨੀਂਦ ਕਿਉ ਆਈ, ਮਹਾ ਮੋਹਣੀ ਤੂਤਾਂ ਲਾਈ। ਕਿ ਵਾਹਿਗੁਰੂ ਤੇਰੇ ਦਰਸ਼ਨਾਂ ਨੂੰ ਸਾਰੇ ਲੋਚਦੇ ਨੇ, ਪਰ ਜਿਹਦੇ ਪੂਰਬਲੇ ਚੰਗੇ ਭਾਗ ਨੇ ਉਹਨੂੰ ਕਹਿੰਦੇ ਪ੍ਰਾਪਤ ਹੋ ਜਾਂਦੇ ਹਨ।
ਕਹਿੰਦੇ ਹੇ ਮਨਮੁਖ ਜੀਵ, ਸਿਆਮ ਸੁੰਦਰ ਸਰੂਪ ਵਾਲਾ, ਸਿਆਮਲਾ ਰੰਗ ਵਾਲਾ ਜਿਹੜਾ ਪਰਮੇਸ਼ਰ ਹੈ, ਉਸ ਵਾਹਿਗੁਰੂ ਨੂੰ ਤਿਆਗ ਕੇ ਤੈਨੂੰ ਨੀਂਦ ਕਿਵੇਂ ਆ ਗਈ? ਤੂੰ ਕਿਵੇਂ ਅਵਿਦਿਆ ਰੂਪੀ ਰਾਤ ਸੁੱਤਾ ਪਿਆ ਹੈ, ਜਾਗਰਤ ਅਵਸਥਾ ਵਿੱਚ ਕਿਉਂ ਨਹੀਂ ਆਇਆ? ਸਾਰੀ ਜ਼ਿੰਦਗੀ ਦਿਨ ਤੇ ਰਾਤ ਤੈਂ ਸੋ ਕੇ ਗੁਜ਼ਾਰ ਦਿੱਤਾ, ਤੈਨੂੰ ਗਿਆਨ ਹੀ ਨਹੀਂ ਪ੍ਰਾਪਤ ਹੋਇਆ। ਤੇਰੀ ਹਾਲਤ ਐਸੀ ਹੋ ਗਈ, ਮਾਹਾ ਮੋਹਣੀ ਦੂਤਾਂ ਲਾਏ। ਜਿਹੜੀ ਮਨ ਨੂੰ ਮੋਹਣ ਵਾਲੀ ਮਾਇਆ ਪ੍ਰਮਾਤਮਾ ਦੀ, ਜਿਸ ਮਾਇਆ ਦਾ ਆਪਣਾ ਪਸਾਰਾ ਫੈਲਾਇਆ ਹੋਇਆ ਏ, ਉਸ ਮਾਇਆ ਦੇ ਵਿੱਚ ਗਲਤਾਨ ਹੋ ਗਿਆ ਤੇ ਵੱਖਰੇ ਵੱਖਰੇ ਰੂਪ ਧਾਰਨ ਕਰਕੇ ਇਹ ਮਾਇਆ ਜੀਵ ਨੂੰ ਡੰਗ ਰਹੀ, ਪਰ ਜੀਵ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਦਰਸ਼ਨ ਭਾਗਾਂ ਤੋਂ ਬਿਨਾਂ ਗੁਰੂ ਸਵਾਰਿਓ ਪ੍ਰਭੂ ਦੇ ਦੀਦਾਰ ਦਰਸ਼ਨ ਨਹੀਂ ਹੋ ਸਕਦੇ ਹਨ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੂੰ ਦੀਦਾਰ ਹੋ ਜਾਂਦੇ, ਦਰਸ਼ਨ ਹੋ ਜਾਂਦੇ ਨੇ ਨਾ, ਫਿਰ ਉਹ ਮਾਲਕ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੇ ਚਰਨਾਂ 'ਚ ਅਰਜ਼ੋਈਆਂ ਬੇਨਤੀਆਂ ਕਰਦੇ ਨੇ। ਕਿਵੇਂ ਬੇਨਤੀ ਕਰਦੇ ਹਨ? ਤੇ ਪਾਤਸ਼ਾਹ ਫਰਮਾਨ ਕਰਦੇ ਹਨ, ਤੇਰੇ ਦਰਸ਼ਨ ਬਿਟਹੁ ਖਨੀਐ ਬੰਜਾਂ, ਤੇਰੇ ਨਾਮ ਬਿਟਹੁ ਕੁਰਬਾਨੋ, ਜਾ ਤੂੰ ਤਾ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਹੇ ਪ੍ਰਭੂ, ਤੇਰੇ ਦਰਸ਼ਨ ਬਿਟਹੁ ਖਨੀਐ ਮੰਝਾਂ, ਜਿਹੜੇ ਤੇਰੇ ਦਰਸ਼ਨ ਨੇ, ਦੀਦਾਰ ਨੇ, ਤੇਰਾ ਸੁੰਦਰ ਸਰੂਪ ਹੈ, ਉਸ ਸੁੰਦਰ ਸਰੂਪ ਤੋਂ ਮੈਂ ਵਾਰ-ਵਾਰ ਸਦਕੇ ਹਾਂ, ਕੁਰਬਾਨ ਹਾਂ। ਜਿੱਥੇ ਤੇਰੇ ਸੁੰਦਰ ਸਰੂਪ ਤੋਂ ਕੁਰਬਾਨ ਆ, ਉੱਥੇ ਤੇਰੇ ਨਾਮ ਬਿਟਹੁ ਕੁਰਬਾਨ। ਤੇ ਨਾਲ ਹੀ ਮਾਲਕ ਜੀ, ਮੈਂ ਤੇਰੇ ਨਾਮ ਤੋਂ ਵੀ ਕੁਰਬਾਨ ਹਾਂ। ਜਿੱਥੇ ਤੇਰਾ ਨਾਮ ਜਪਦੇ ਜਿਹੜੇ ਪਿਆਰੇ ਗੁਰਮੁਖ ਜਨ, ਉਹਨਾਂ ਤੋਂ ਕੁਰਬਾਨ, ਤੇਰੇ ਨਾਮ ਤੋਂ ਕੁਰਬਾਨ ਮੈਂ ਬਲਿਹਾਰ ਜਾਂਦਾ, ਸਦਕੇ ਜਾਂਦਾ ਹਾਂ। ਹੁਣ ਜੇ ਆਪਾਂ ਦਰਸ਼ਨਾਂ ਦੀ ਗੱਲ ਕਰੀਏ, 4 ਪ੍ਰਕਾਰ ਦੇ ਦਰਸ਼ਨ ਵਿਦਵਾਨਾਂ ਨੇ ਵਰਣਨ ਕੀਤੇ ਨੇ। ਪਹਿਲਾ ਦਰਸ਼ਨ ਹੈ ਚਿੱਤਰ ਦਰਸ਼ਨ। ਚਿੱਤਰ ਦਰਸ਼ਨ, ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਨੇ ਗੁਰੂ ਪਾਤਸ਼ਾਹ ਦੀਆਂ, ਹਾਲਾਂਕਿ ਉਹ ਮਨੋਕਲਪਨਿਕ ਹਨ, ਅਸਲ ਨਹੀਂ ਹਨ। ਉਹ ਕਿਸੇ ਚਿੱਤਰ ਬਣਾ ਕੇ ਗੁਰੂ ਦੇ ਪੇਸ਼ ਕਰ ਦਿੱਤਾ। ਤੇ ਘਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ, ਹੋਰ ਗੁਰੂ ਪਾਤਸ਼ਾਹ ਦੀਆਂ ਤਸਵੀਰਾਂ ਲੱਗੀਆਂ ਨੇ। ਅਸਲ ਵਿੱਚ ਉਹਨਾਂ ਤਸਵੀਰਾਂ ਨਾਲ ਕਈ ਜੁੜੇ ਹੋਏ ਨੇ, ਤਸਵੀਰਾਂ ਨੂੰ ਸਜਦਾ ਕਰਦੇ ਨੇ। ਹਾਲਾਂਕਿ ਗੁਰੂ ਕਾ ਸਿੱਖ ਜਿਹੜਾ ਸ਼ਬਦ ਦਾ ਪਾਸ਼ਕ ਹੈ, ਸ਼ਬਦ ਨੂੰ ਸਜਦਾ ਕਰਦਾ ਹੈ। ਚਿੱਤਰ ਦਾ ਧਿਆਨ ਧਾਰਨ ਕਰਕੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨ ਲੱਗ ਪੈਣਾ, ਫਿਰ ਉਹ ਚਿੱਤਰ ਜਿਹੜਾ ਸਰੂਪ ਹੈ ਘਰ ਵਿੱਚ ਲੱਗਿਆ, ਉਹ ਸਰੂਪ ਸਾਹਮਣੇ ਪੇਸ਼ ਹੋ ਜਾਣਾ, ਸਾਹਮਣੇ ਪੇਸ਼ ਹੋ ਜਾਣਾ, ਤੇ ਉਹਨੂੰ ਕਹਿੰਦੇ ਚਿੱਤਰ ਦਰਸ਼ਨ। ਦੂਜਾ ਹੈ ਸ਼ਰਵਣ ਦਰਸ਼ਨ। ਸ਼ਰਵਣ ਦਰਸ਼ਨ, ਜਿਵੇਂ ਆਪ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਬੈਠੀਆਂ ਹੋਈਆਂ ਨੇ, ਨਿਤਾ ਪ੍ਰਤੀ ਕਥਾ ਸੁਣਦੀਆਂ, ਕੀਰਤਨ ਸੁਣਦੇ ਨੇ, ਤੇ ਕਥਾ ਦੇ ਵਿੱਚ ਕਈ ਵਾਰੀ ਗੁਰੂ ਪਾਤਸ਼ਾਹ ਦੇ ਜੀਵਨੀ 'ਤੇ ਕਥਾ ਕੀਤੀ ਜਾਂਦੀ ਹੈ। ਜਿਵੇਂ ਸ਼ਾਮ ਦੀ ਗੁਰ ਇਤਿਹਾਸ ਦੀ ਕਥਾ ਹੈ, ਤੇ ਕਵੀ ਜਨ ਸਤਿਗੁਰੂ ਜੀ ਦੇ ਸਰੂਪ ਦਾ ਵਰਣਨ ਕਰਦੇ ਨੇ। ਗੁਰੂ ਪਾਤਸ਼ਾਹ ਦਾ ਸਰੂਪ ਇਹੋ ਜਿਹਾ ਏ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੀਸ ਉੱਤੇ ਸੋਹਣੀ ਦਸਤਾਰ ਸਜੀ ਹੋਈ ਹੈ, ਕਲਗੀ ਜਿਗਾ ਹੈ, ਸਤਿਗੁਰ ਦੀਆਂ ਮੁੱਛਾਂ ਇਸ ਤਰ੍ਹਾਂ ਦੀ ਦਾ ਪ੍ਰਕਾਸ਼ ਹੈ, ਤੇ ਸਤਿਗੁਰੂ ਜੀ ਨੇ ਆਪਣੇ ਗਾਤਰੇ ਸ਼੍ਰੀ ਸਾਹਿਬ ਪਹਿਨੀ ਹੋਈ ਹੈ। ਪਤਲੇ ਸਰੀਰ ਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹਨ, ਤੇ ਇਸ ਤਰ੍ਹਾਂ ਤੀਰਾਂ ਦਾ ਭੱਥਾ ਸਤਿਗੁਰ ਦੇ ਮੋਢਿਆਂ ਉੱਤੇ ਹੈ। ਜੇ ਜਿਉਂ-ਜਿਉਂ ਆਪਾਂ ਇਤਿਹਾਸ ਸੁਣਦੇ ਜਾਂਦੇ ਨੇ, ਜਿਹੜੇ ਸਰੋਤੇ ਨੇ ਇਕਾਗਰ ਚਿੱਤ ਹੋ ਕੇ, ਉਹਨਾਂ ਦੇ ਅੱਗੇ ਗੁਰੂ ਪਾਤਸ਼ਾਹ ਦੀ ਉਹ ਤਸਵੀਰ ਬਣ ਜਾਂਦੀ ਹੈ। ਗੁਰੂ ਪਾਤਸ਼ਾਹ ਨੇਤਰ ਇਸ ਤਰ੍ਹਾਂ ਦੇ ਨੇ, ਉਹ ਜਿਸ ਤਰ੍ਹਾਂ ਸੁਣਦੇ ਤਸਵੀਰ ਬਣਦੀ ਹੈ, ਤੇ ਉਹਨੂੰ ਆਖਿਆ ਜਾਂਦਾ ਸ਼ਰਵਣ ਦਰਸ਼ਨ। ਕੰਨਾਂ ਨਾਲ ਸੁਣਿਆ,
सुन के वाहिगुरु दी गुरु पातशाह तस्वीर सामने आ गई। ते तीजे ने प्रतख दर्शन। प्रतख दर्शन जिवें आपां गुरु ग्रंथ साहिब महाराज दे कर रहे हैं। गुरु काल वेले बहुत सारे सिख ऐसे होए ने जिन्हों ने गुरु पातशाह की आराधना की ते आराधना करके सतगुरु महाराज ने उन सतगुरु के चरणों च बेनतियां करते सी कि पातशाह जी कृपा करो, सानू दर्शन दीदारे बख्शना करो। तो गुरु महाराज ने गुरु सवारे सामने फिर सतगुरु जी ने प्रगट हो के दर्शन दीदारे दिते ने। बहुत सारे इतिहास जिक्र आउंदे ने, हवाले सानू प्राप्त हुंदे ने। जेकर गुरु सवारे राजा शिवनाव मनसुख शाहूकार की संगत करदा ते मनसुख शाहूकार तो पासों गुरु नानक पातशाह सिफ सलाह वडियाई सुनदा, भाग जागे, किस्मत जागी कि हुण मैं गुरु दे दीदार करां, दर्शन करां। ते कहण लगे मैनू गुरु नानक पातशाह दे कोल लैके चल। मनसुख शाहूकार कहण लगे गुरु नानक कोल जाण दी लोड़ नहीं है, तू प्रेम दे नाल अपने महलों विच बैठ के, घर विच बैठ के गुरु नानक नूं चेते कर ते गुरु नानक तेरे कोल चल के आ जावेगा। इतिहासकार लिखते ने कि मनसुख शाहूकार ने उस समय गुरु नानक पातशाह की बाणी का शब्द राजे शिव नाम नूं देना कीता। गुरमंत्र ते मूल मंत्र की बख्शिश की कि यह जपना है, जिहदा अभ्यास करेगा ते गुरु नानक तेरे उत्ते प्रसन्न होणगे, आउणगे जरूर। ते राजा शिव नाभ दिन रात चेते करदा, सुता पिया भी रात दा, जागदा होया भी रात दा, अपने कार विहार करदा होया राज भाग भोगदा उस मालक सतगुरु गुरु नानक नूं चेते करदा। नगर च चर्चा हो गई कि ये राजा शिवनाव गुरु नानक पातशाह का उपासक है, गुरु नानक नूं याद करदा कि बार बार बेनतियां करदा, हे गुरु नानक साहब जी किरपा करके मैनू दर्शन दीदारे बख्शना करो। काफ़ी समा लंघ चुका, गुरु नानक नहीं आया। लोग सुन के गुरु सर बहुत सारे दंभी पखंडी अपना नाम गुरु नानक रखा के नाल भाई मरदाने ते बाले जैसे सेवकां नाल लैके कहंदे ने असी मैं गुरु नानक हाँ। ते राजे शिवनाव कोल जांदे ने, उहदे पासों भेटावां इत्यादक लैके फिर उत्थों चले जाते ने। मन विच बड़ी सट लगदी है, क्योंकि असल गुरु नूं मिलण दे नाल मन नूं सकून मिलदा, मन नूं शांति मिलदी है। पर गुरु सवारिओ हुण हालात इहो जिहे हो गए ने कि जिन्ने भी ये दंभी पखंडी एक बार नहीं कई बारी गुरु नानक बन के आए ने ते ये भाई शिवनाभ पासों भेटावां इत्यादक लै जांदे ने। बड़ा दुख मन नूं कि लो मैं तां गुरु असली गुरु नानक नूं चेते करदा हाँ, गुरु नानक साहब महाराज तां आए नहीं। फिर दंभी पखंडी वध आण लग पे ते राजे ने फिर विचार की कि अज तो बाद जेकर कोई मेरे महलों विच आके राज विच आके आखदा कि मैं गुरु नानक हाँ ते मैनू बाद विच मिलाना, पहलां उहदी परख करनी है। परख करनी है कि देखना कि बाकी असली गुरु नानक ने। ते इस तरह फिर राजे ने खेड बरताई। उधर गुरु नानक पातशाह महाराज जीवां दा कल्याण करते हुए संगला दीप की धरती ते पहुँचे ने। राजा शिवनाभ जिथे दा एक सुक्का होया बाग सी काफ़ी समय तो, ते गुरु नानक पातशाह दे चरण मुबारक चरण पे सूके हरे कीए खिन माहे। सतगुरां दे चरण पैण दे नाल वो बाग हरिया भरिया हो गया। ते सतगुरु जी एक दरख्त के थल्ले बैठ गए। राजे दे जिहड़ा माली सी ना, बाग दा माली, उस माली ने वेखिया, माली ने जाके राजा शिवनाभ नूं दस्सिया कि राजन
ਤੁਹਾਡੇ ਬਾਗ ਦੇ ਵਿੱਚ ਮਹਾਂਪੁਰਖ ਆਏ ਨੇ, ਉਹਨਾਂ ਵਿੱਚੋਂ ਇੱਕ ਆਪਣੇ ਆਪ ਨੂੰ ਗੁਰੂ ਨਾਨਕ ਦੱਸਦਾ ਹੈ। ਰਾਜਨ, ਉਹਨਾਂ ਦੀ ਚਰਨ ਪੈਣ ਦੇ ਨਾਲ ਜਿਹੜਾ ਤੁਹਾਡਾ ਬਾਗ ਸੁੱਕਾ ਪਿਆ ਸੀ ਨਾ ਕਾਫੀ ਸਾਲਾਂ ਤੋਂ, ਚਰਨ ਪੈਣ ਦੇ ਨਾਲ ਅਚਰਜ ਖੇਡ ਵਰਤੀ ਹੈ ਕਿ ਉਹ ਬਾਗ ਜਿਹੜਾ ਹਰਿਆ ਭਰਿਆ ਹੋ ਗਿਆ। ਰਾਜਾ ਸ਼ਿਵਨਾਥ ਸੋਚਦਾ ਕਿਤੇ ਉਹੀ ਗੁਰੂ ਨਾਨਕ ਤਾਂ ਨਹੀਂ ਜਿਨ੍ਹਾਂ ਨੂੰ ਮੈਂ ਯਾਦ ਕਰਦਾ, ਦਿਨ ਰਾਤ ਆਰਾਧਨਾ ਕਰਦਾ। ਮੈਨੂੰ ਲੱਗਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੇ ਪ੍ਰੇਮ ਨੂੰ ਵੇਖ ਕੇ ਮੈਨੂੰ ਦੀਦਾਰ ਦੇਣ ਵਾਸਤੇ ਆ ਗਏ ਨੇ। ਤੇ ਰਾਜਾ ਸ਼ਿਵਨਾਥ ਇਸ ਤਰ੍ਹਾਂ ਮਨ 'ਚ ਵਿਚਾਰ ਕਰਦਾ, ਪਰ ਮਨ ਵਿੱਚ ਤਰਕ ਪੈਦਾ ਹੋਈ ਕਿ ਮਨਾ, ਪਹਿਲਾਂ ਬਹੁਤ ਸਾਰੇ ਆਏ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾ ਕੇ, ਜਿਨ੍ਹਾਂ ਨੇ ਦੰਭ ਕੀਤਾ, ਪਖੰਡ ਕੀਤਾ, ਚਲੋ ਪਰਖ ਕਰ ਲਈਏ। ਕਹਿੰਦੇ ਨੇ ਉਸ ਸਮੇਂ ਆਪਣੇ ਰਾਜ ਦੀਆਂ ਨਿਰਤ ਕਰਨ ਵਾਲੀਆਂ ਸੁੰਦਰ ਇਸਤਰੀਆਂ, ਜਿਨ੍ਹਾਂ ਨੂੰ ਚੰਗੇ ਲਿਬਾਸ ਪਹਿਨਾਏ ਗਏ, ਗਹਿਣੇ ਇਤਿਆਦਿਕ ਪਹਿਨਾਏ ਗਏ, ਤਿਆਰ ਬਰ ਤਿਆਰ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਬਾਗ ਦੇ ਵਿੱਚ ਭੇਜ ਦਿੱਤੀਆਂ। ਜਦੋਂ ਇਸਤਰੀਆਂ ਬਾਗ ਵਿੱਚ ਪਹੁੰਚੀਆਂ ਤੇ ਬਾਗ ਦੇ ਵਿੱਚ ਗੁਰੂ ਸਰ ਉਹ ਨਿਰਤ ਕਰਨ ਲੱਗੀਆਂ। ਨਿਰਤ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਦਿਖਾ ਰਹੀਆਂ ਨੇ, ਆਪਣੇ ਹਾਵ ਭਾਵ ਦੇ ਰਾਹੀਂ ਸਤਿਗੁਰੂ ਨੂੰ ਮੋਹਿਤ ਕਰਨਾ ਚਾਹੁੰਦੀਆਂ ਨੇ। ਜਦੋਂ ਇਹ ਥੱਕ ਗਈਆਂ, ਹਾਰ ਕੇ ਬੈਠ ਗਈਆਂ, ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ, ਗਾਸ਼ੋ ਪੁੱਤਰੀ ਰਾਜ ਦੁਆਰ, ਸਾਜ ਭਣੋ ਤੁਮ ਦੋਤ ਸਵਾਰ। ਸ਼ਬਦ ਉਚਾਰਿਆ ਪਾਤਸ਼ਾਹ ਨੇ ਮਾਰੂ ਰਾਗ ਦੇ ਵਿੱਚ। ਜੋ ਪੁੱਤਰੀ ਸ਼ਬਦ ਉਹਨਾਂ ਇਸਤਰੀਆਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ, ਅਚਰਜ ਹੋ ਗਈਆਂ ਕਿ ਸਾਨੂੰ ਅੱਜ ਤੱਕ ਕਿਸੇ ਨੇ ਪੁੱਤਰੀ ਸ਼ਬਦ ਨਹੀਂ ਆਖਣਾ ਕੀਤਾ। ਪਹਿਲਾ ਇਹੋ ਜਿਹਾ ਰੱਬ ਦਾ ਪਿਆਰਾ ਫਕੀਰ ਹੋਇਆ ਜਿਨ੍ਹਾਂ ਨੇ ਸਾਨੂੰ ਆਵਾਜ਼ ਮਾਰ ਕੇ ਪੁੱਤਰ ਆਖਣਾ ਕੀਤਾ, ਪੁੱਤਰੀਆਂ ਆਖਣਾ ਕੀਤਾ। ਨਾਲੇ ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਮਿਹਰ ਕਰ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਕਹਿਣ ਲੱਗੀਆਂ, ਰਾਜੇ ਕੋਲ ਵਾਪਸ ਗਈ, ਰਾਜਨ ਅੱਜ ਤੋਂ ਬਾਅਦ ਅਸੀਂ ਤੇਰੇ ਮਹਿਲਾਂ ਵਿੱਚ ਗਾਣ ਵਜਾਉਣ ਦਾ ਕੰਮ ਖਤਮ ਕਰ ਦਿੱਤਾ। ਅੱਜ ਤੋਂ ਬਾਅਦ ਅਸੀਂ ਉਸ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ, ਜਿਸ ਮਾਲਕ ਵਾਹਿਗੁਰੂ ਨੇ ਸਾਡੀ ਪ੍ਰਤਪਾਲਣਾ ਕਰ ਰਿਹਾ ਹੈ। ਤੈਨੂੰ ਵੀ ਪਾਲਣ ਵਾਲਾ ਉਹੀ ਹੈ ਤੇ ਮੈਨੂੰ ਵੀ ਪਾਲਣ ਵਾਲਾ ਉਹੀ ਹੈ। ਤੇ ਗੁਰੂ ਸਵਾਰੇ ਰਾਜਾ ਹੈਰਾਨ ਹੋ ਗਿਆ, ਜਾਣ ਗਿਆ ਕਿ ਇਹੀ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਹੈ। ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰਕੇ ਇੱਥੇ ਆਏ ਨੇ। ਰਾਜਾ ਦੌੜ ਕੇ ਭੱਜ ਕੇ ਕਹਿੰਦੇ ਬਾਗ ਵਿੱਚ ਪਹੁੰਚਿਆ। ਜਦੋਂ ਬਾਗ 'ਚ ਪਹੁੰਚਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਅਲੋਪ ਹੋ ਗਏ। ਨਾ ਉੱਥੇ ਭਾਈ ਮਰਦਾਨਾ, ਨਾ ਬਾਲਾ, ਨਾ ਗੁਰੂ ਨਾਨਕ ਸਾਹਿਬ ਮਹਾਰਾਜ। ਤੇ ਰਾਜਾ ਉੱਚੀ ਉੱਚੀ ਆਵਾਜ਼ ਵਿੱਚ ਆਖਦਾ ਕਿ ਸਤਿਗੁਰੂ ਜੀ ਕਿਰਪਾ ਕਰੋ, ਦਰਸ਼ਨ ਦੀਦਾਰੇ ਬਖਸ਼ਣਾ ਕਰੋ। ਸਤਿਗੁਰੂ ਮੇਰੇ ਤੋਂ ਵੱਡੀ ਗਲਤੀ ਹੋਈ ਹੈ, ਮੈਂ ਅਣਜਾਣਪੁਣੇ ਵਿੱਚ ਆਪ ਜੀ ਦੀ ਪਰਖ ਕਰ ਗਿਆ। ਸਤਿਗੁਰੂ ਜੀ ਮੈਨੂੰ ਬਖਸ਼ਣਾ ਕਰੋ, ਦਰਸ਼ਨ ਦੀਦਾਰੇ ਬਖਸ਼ੋ। ਪਰ ਕੋਈ ਗੁਰੂ ਸਰੇ ਆਵਾਜ਼ ਨਹੀਂ ਆਈ। ਗੁਰੂ ਨਾਨਕ ਪਾਤਸ਼ਾਹ ਪ੍ਰਗਟ ਨਹੀਂ ਹੋਏ। ਕਹਿੰਦੇ ਰਾਜਾ ਇੰਨੇ ਬਰਾਗ ਦੇ ਵਿੱਚ ਆ ਗਿਆ, ਉੱਚੀ ਉੱਚੀ ਕੀਰਨੇ ਪਾ ਕੇ ਰੋ ਰਿਹਾ ਹੈ, ਜਿਵੇਂ ਪਿਓ ਦਾ ਪੁੱਤਰ ਚੜ੍ਹਾਈ ਕਰ ਜਾਵੇ ਨਾ, ਪਿਓ ਰੋਂਦਾ ਆਪਣੇ ਪੁੱਤਰ ਨੂੰ ਯਾਦ ਕਰ ਕਰਕੇ। ਤੇ ਇਸ ਤਰ੍ਹਾਂ ਰਾਜਾ ਹੋਕੇ ਲੈ ਲੈ ਕੇ ਉੱਚੀ ਉੱਚੀ ਆਵਾਜ਼ ਵਿੱਚ ਰੋਂਦਾ। ਤੇ ਕਹਿੰਦੇ ਰੋਂਦਿਆਂ ਹੋਇਆਂ ਰਾਜਾ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਗਿਆ, ਸੁੱਧ ਨਹੀਂ ਰਹੀ ਆਪਣੀ। ਜਦੋਂ ਰਾਜਾ ਬੇਹੋਸ਼ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਪ੍ਰਗਟ ਹੋਏ ਗੁਰੂ ਸਵਾਰਿਆ। ਰਾਜੇ ਦੇ ਸੀਸ ਉੱਤੇ ਹੱਥ ਰੱਖਿਆ, ਸਰਜੀਵ ਹੋਇਆ। ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਦੇਖੇ, ਦਰਸ਼ਨ ਦੀਦਾਰੇ ਕੀਤੇ, ਗਦਗਦ ਹੋ ਗਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਖਿਮਾ ਮੰਗੀ ਕਿ ਪਾਤਸ਼ਾਹ ਮੈਨੂੰ ਖਿਮਾ ਕਰਨਾ ਕਰੋ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਮੈਂ ਆਪ ਜੈਸੇ ਮਹਾਂਪੁਰਖਾਂ ਦੇ ਮੈਂ ਪਰਖ ਕੀਤੀ ਹੈ। ਸਤਿਗੁਰੂ ਆਪ ਦਾ ਨਾਮ ਲੈ ਕੇ ਬਹੁਤ ਸਾਰੇ ਦੰਭੀ ਪਖੰਡੀ
ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਤਾਂ ਉਹੀ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣਿਆ ਤੇ ਸੰਗਲਾਦੀਪ ਦੀ ਧਰਤੀ ਤੇ ਉਹ ਰਾਜ ਆਪਣੇ ਇੱਥੇ ਆਪਣਾ ਰਾਜ ਭਾਗ ਚਲਾ ਰਿਹਾ। ਉੱਥੇ ਨਾਲ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰ ਰਿਹਾ। ਗੁਰੂ ਸਵਾਰਿਓ, ਘਰ ਘਰ ਗੁਰੂ ਨਾਨਕ ਦਾ ਮੈਸੇਜ ਸੁਣਾ ਰਿਹਾ। ਇਹ ਹੈ ਪ੍ਰਤੱਖ ਦਰਸ਼ਨ। ਜਦੋਂ ਆਪਣੇ ਗੁਰੂ ਨੂੰ ਯਾਦ ਕਰੀਏ ਨਾ ਦੇ ਗੁਰੂ ਪਾਤਸ਼ਾਹ ਜੀ ਪ੍ਰਤੱਖ ਤੌਰ 'ਤੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਨੇ। ਅਤੇ ਇਸ ਤਰ੍ਹਾਂ ਸ਼ਰਵਣ ਦਰਸ਼ਨ, ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ, ਅਤੇ ਇਹ ਗੁਰੂ ਸਰ ਦਰਸ਼ਨਾਂ ਦੀ ਵਿਦਵਾਨਾਂ ਨੇ ਗਿਣਤੀ ਕੀਤੀ ਹੈ। ਅਤੇ ਸਤਿਗੁਰੂ ਬਚਨ ਕਰਦੇ ਨੇ, ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲਦੇ ਨੇ। ਕਹਿੰਦੇ ਮਾਲਕ ਜੀ ਤੇਰੇ ਦਰਸ਼ਨ ਤਾਂ ਹੋ ਸਕਦੇ ਨੇ ਜੇ ਤੈਨੂੰ ਭਾਉਂਦਾ, ਤੈਨੂੰ ਚੰਗਾ ਲੱਗੇ। ਦਰਸ਼ਨ ਪਾਵਾ ਜੇ ਤੁਧ ਭਾਵਾ, ਜੇ ਤੈਨੂੰ ਭਾ ਰਿਹਾ ਫਿਰ ਮੈਂ ਮਾਲਕ ਤੇਰੇ ਦਰਸ਼ਨ ਦੀਦਾਰੇ ਕਰ ਸਕਦਾ ਹਾਂ। ਦੇਖੋ ਭਗਤ ਧੰਨੇ ਜੀ ਨੇ ਬੰਦਗੀ ਕੀਤੀ। ਭਗਤ ਧੰਨੇ ਜੀ ਦਾ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਵਰਨਾ ਤੁਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਬਦਾਸ ਟਭੰਤਾ ਢੋਰ ਨੀਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਿਣਿਆ। ਅਖੀਰ ਤੇ ਕਹਿੰਦੇ ਨੇ ਇਹ ਬਿਦ ਸੁਣ ਕੈ ਜਟ ਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਬਟ ਭਾਗਾ। ਧੰਨੇ ਨੇ ਸੁਣਿਆ ਨਾਮਦੇਵ ਜਿਹੜਾ ਸ਼ੀਂਬਾ ਜਾਤੀ ਨਾਲ ਸੰਬੰਧ ਸੀ, ਉਹਨੇ ਵਾਹਿਗੁਰੂ ਦੇ ਗੁਣ ਗਾਇਨ ਕੀਤੇ। ਉਹ ਗੁਣ ਗਾ ਕੇ ਉਸ ਮਾਲਕ ਵਿੱਚ ਭੇਦ ਹੋ ਗਏ। ਕਬੀਰ ਜੈਸੇ ਖੱਡੀਆਂ ਦਾ ਕੰਮ ਕਰਦੇ ਸਨ। ਜਦੋਂ ਕਿਰਪਾ ਹੋਈ, ਮਾਲਕ ਦੀ ਬਖਸ਼ਿਸ਼ ਹੋਈ, ਉਸ ਜਲਾਹਾ ਜਾਤੀ ਨਾਲ ਸੰਬੰਧਿਤ ਕਬੀਰ ਜੀ ਨੇ ਵੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾ ਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਰਵਿਦਾਸ ਜੈਸੇ ਜਿਹੜੇ ਪਸ਼ੂ ਢੋਣ ਦਾ ਕੰਮ ਕਰਦੇ ਸੀ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ, ਉਹ ਰਵਿਦਾਸ ਜੈਸੇ ਨੇ ਮਾਇਆ ਦੇ ਤਿਆਗੀ ਬਣ ਗਏ। ਐਡੀ ਵੱਡੀ ਬਖਸ਼ਿਸ਼ ਹੋ ਗਈ ਕਿ ਉਹ ਰਵਿਦਾਸ ਵੀ ਉਸ ਮਾਲਕ ਵਿੱਚ ਭੇਦ ਹੋ ਗਏ। ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਸ਼੍ਰੀ ਸੈਣ ਜੀ, ਭਗਤ ਸੈਣ ਜੀ, ਜਿਨ੍ਹਾਂ ਨੇ ਜਿਹੜੇ ਰਾਜੇ ਦੀ ਮੁੱਠੀ ਚਾਪੀ ਕਰਦੇ ਸਨ, ਬੁੱਤਕਾਰੀ ਮੁੱਠੀ ਚਾਪੀ ਕਰਦੇ ਸੀ, ਅਤੇ ਮਾਲਕ ਨੇ ਕਿਰਪਾ ਕੀਤੀ ਕਿ ਰਾਜੇ ਦੇ ਘਰ ਸੈਣ ਦੇ ਘਰ ਸੰਤ ਪ੍ਰਾਹੁਣੇ ਆਏ ਅਤੇ ਐਸੇ ਮਗਨ ਹੋਏ, ਸਤ ਸੰਗਤ ਕਰਨ ਲੱਗ ਪਏ। ਸਾਰੀ ਰਾਤ ਗੁਰੂ ਸਰੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੇ। ਉੱਧਰ ਪਰਮੇਸ਼ਰ ਨੇ ਸੈਣ ਦਾ ਰੂਪ ਧਾਰਨ ਕੀਤਾ, ਰਾਜੇ ਦੀ ਮੁੱਠੀ ਚਾਪੀ ਕੀਤੀ ਅਤੇ ਰਾਜਾ ਤੰਦਰੁਸਤ ਹੋ ਗਿਆ। ਜੋ ਸਵੇਰ ਹੋਈ ਹੈ, ਸਵੇਰੇ ਵੇਲੇ ਸੈਣ ਜੀ ਦੇ ਮਨ ਵਿੱਚ ਇਹ ਡਰ ਪੈਦਾ ਹੋਇਆ, ਕਿਤੇ ਇਹ ਨਾ ਹੋਵੇ ਹੁਣ ਮੈਂ ਰਾਜੇ ਕੋਲ ਜਾਵਾਂਗਾ, ਮੈਂ ਸਾਰੀ ਰਾਤ ਨਹੀਂ ਗਿਆ, ਰਾਜੇ ਦੀ ਮੁੱਠੀ ਚਾਪੀ ਨਹੀਂ ਕੀਤੀ, ਮਾਲਸ਼ ਨਹੀਂ ਕੀਤੀ, ਰਾਜਾ ਮੈਨੂੰ ਸਜ਼ਾ ਨਾ ਦੇ ਦੇਵੇ। ਪਰ ਜਦੋਂ ਗੁਰੂ ਸਰ ਰਾਜੇ ਦੇ ਮਹਿਲਾਂ ਵਿੱਚ ਪਹੁੰਚਿਆ, ਰਾਜੇ ਨੇ ਕਹਿੰਦੇ ਆਪਣੇ ਗਲ 'ਚੋਂ ਪੁਸ਼ਾਕ ਲਾ ਕੇ ਇੱਕ ਮੋਤੀਆਂ ਦਾ ਹਾਰ ਲਾ ਕੇ ਨਾ ਸੈਣ ਜੀ ਦੇ ਗਲ ਵਿੱਚ ਪਾ ਦਿੱਤਾ। ਕਹਿਣ ਲੱਗੇ ਜਿਹੜੀ ਮੁੱਠੀ ਚਾਪੀ, ਜਿਹੜੀ ਰਾਤ ਤੇ ਮੇਰੀ ਮਾਲਸ਼ ਕੀਤੀ ਹੈ, ਇਹੋ ਜਿਹੀ ਪਹਿਲਾਂ ਕਿਸੇ ਨੇ ਨਹੀਂ ਕਰਨਾ ਕੀਤੀ। ਤੇ ਕਹਿਣ ਲੱਗੇ ਸੈਣ ਜੀ ਕਿ ਮੈਂ ਤਾਂ ਆਇਆ ਨਹੀਂ, ਮੈਂ ਤਾਂ ਸੰਗਤ ਕਰ ਰਿਹਾ ਸੀ। ਫਿਰ ਵਿਚਾਰ ਕੀਤੀ ਮੇਰਾ ਹਰੀ ਹੀ ਸੈਣ ਦਾ ਰੂਪ ਧਾਰਨ ਕਰਕੇ ਇਹਦੀ ਸੇਵਾ ਕਰਨ ਲਈ ਆ ਗਿਆ। ਉਹ ਉਦਾਹਰਣ ਇੱਥੇ ਸਤਿਗੁਰੂ ਦੇ ਰਹੇ ਨੇ ਕਿ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਉਸ ਸੈਣ ਜੀ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਕਹਿੰਦੇ ਜਦੋਂ ਧੰਨੇ ਨੇ ਸੁਣਿਆ
ਇਹ ਸਾਰੇ ਉਸ ਮਾਲਕ ਦੇ ਗੁਣ ਗਾ ਕੇ ਮਾਲਕ 'ਚ ਭੇਦ ਹੋ ਕੇ ਲੀਨ ਹੋ ਕੇ ਕਹਿੰਦੇ ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ। ਜੱਟ ਜਾਤੀ ਨਾਲ ਸੰਬੰਧਿਤ ਭਗਤ ਧੰਨਾ ਜੀ ਵੀ ਉਸ ਮਾਲਕ ਦੀ ਭਗਤੀ ਵਿੱਚ ਲੱਗੇ ਤੇ ਪ੍ਰਭੂ ਨੇ ਕੀ ਕੀਤਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਕਿ ਮੇਰੇ ਮਾਲਕ ਮੈਨੂੰ ਕਿਰਪਾ ਕਰ, ਮੈਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨਾ ਕਰ। ਤੇ ਫਿਰ ਐਸੀ ਕਿਰਪਾ ਹੋਈ ਕਹਿੰਦੇ ਪ੍ਰਤੱਖ ਤੌਰ ਤੇ ਧੰਨੇ ਨੂੰ ਮਾਲਕ ਵਾਹਿਗੁਰੂ ਨੇ ਦਰਸ਼ਨ ਦੀਦਾਰੇ ਦੇਣਾ ਕੀਤੇ ਨੇ। ਇਹ ਹੈ ਪ੍ਰਤੱਖ ਦਰਸ਼ਨ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜਦੋਂ ਪ੍ਰਭੂ ਦਾ ਪਿਆਰਾ ਜਗਿਆਸੂ ਜਨ ਮਾਲਕ ਨੂੰ ਯਾਦ ਕਰਦੇ ਨੇ ਨਾ, ਤੇ ਮਾਲਕ ਕਿਰਪਾ ਕਰਕੇ ਤੁਰਠ ਕੇ ਫਿਰ ਪ੍ਰਤੱਖ ਤੌਰ ਤੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਇੱਥੇ ਪਾਤਸ਼ਾਹ ਬਚਨ ਕਰਦੇ ਨੇ ਕਿ ਦਰਸ਼ਨ ਪਾਵਾਂ ਜੇ ਤੁਧ ਭਾਵਾ। ਹੇ ਪ੍ਰਭੂ ਮੈਂ ਤੇਰੇ ਦਰਸ਼ਨ ਭਾਵ ਪ੍ਰਾਪਤ ਕਰ ਸਕਦਾ ਹਾਂ। ਕਿਵੇਂ? ਜੇ ਤੁਧ ਭਾਵ, ਜੇ ਤੈਨੂੰ ਭਾਉਂਦਾ ਹੋਵੇ, ਤੈਨੂੰ ਚੰਗਾ ਲੱਗੇ, ਤੂੰ ਆਪਣੀ ਰਜਾ ਵਿੱਚ ਰੱਖ ਕੇ ਮੈਨੂੰ ਦੀਦਾਰ ਦੇ ਸਕਦਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਾਨੂੰ ਆਪਣੇ ਚੇਲੇ ਬਣਾ ਕੇ, ਸੇਵਕ ਬਣਾ ਕੇ ਸਾਨੂੰ ਆਪਣੇ ਨਾਮ, ਆਪਣੇ ਦਰ ਨਾਮ ਦੀ ਦਾਤ ਬਖਸ਼ੋ। ਨਾਮ ਹੀ ਜਦੋਂ ਆਪਾਂ ਨਾਮ ਜਪਾਂਗੇ ਤੇ ਗੁਰੂ ਸਵਾਰੇ ਸਾਨੂੰ ਫਿਰ ਨਾਮ ਜਪ ਕੇ ਹੀ ਮਾਲਕ ਦੇ ਦੀਦਾਰ ਹੋਣੇ ਨੇ। ਗੁਰਮਤਿ ਦੇ ਵਿੱਚ ਅਸਲ ਦਰਸ਼ਨ ਕੀ ਨੇ? ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਇੱਕ ਆਪਾਂ ਗੁਰੂ ਗ੍ਰੰਥ ਸਾਹਿਬ ਬਾਹਰ ਨੂੰ ਮੱਥਾ ਟੇਕਦੇ ਆ ਕੇ, ਸਤਿਗੁਰੂ ਜੀ ਰੁਮਾਲੇ ਲੱਗੇ ਹੋਏ ਨੇ, ਰੁਮਾਲਾ ਸਾਹਿਬ ਉੱਤੇ ਦਿੱਤਾ ਹੋਇਆ ਏ, ਤੇ ਆਪਾਂ ਮੱਥਾ ਟੇਕਦੇ ਕੜਾਹ ਪ੍ਰਸ਼ਾਦੀ ਦੇਖ ਕਰਵਾਈ, ਗੁਰੂ ਕੇ ਚਰਨਾਂ ਵਿੱਚ ਮੱਥਾ ਟੇਕਿਆ, ਬੈਠ ਗਏ, ਹਾਜ਼ਰੀ ਭਰੀ। ਇਹ ਵੀ ਦਰਸ਼ਨ ਮੁਬਾਰਕ ਨੇ। ਪਰ ਜੇ ਅਸਲ ਦਰਸ਼ਨ ਕਰਨੇ ਨੇ, ਅਸਲ ਦਰਸ਼ਨ ਕਰਨ ਵਾਸਤੇ ਗੁਰੂ ਸਵਾਰਿਓ ਸਾਨੂੰ ਰੁਮਾਲਾ ਚੁੱਕਣਾ ਪਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੋਂ ਰੁਮਾਲਾ ਚੁੱਕਣਾ ਪਵੇਗਾ। ਰੁਮਾਲਾ ਚੁੱਕ ਕੇ ਸਾਨੂੰ ਅੰਗ ਪਲਟਣੇ ਪੈਣਗੇ ਕਿ ਜਿਸ ਗੁਰੂ ਨੂੰ ਮੈਂ ਮੱਥਾ ਟੇਕ ਰਿਹਾ, ਮੇਰਾ ਗੁਰੂ ਮੈਨੂੰ ਕਹਿੰਦਾ ਕੀ ਹੈ। ਫਿਰ ਇੱਕ ਓੰਕਾਰ ਤੋਂ ਆਪਾਂ ਪ੍ਰਾਰੰਭ ਕਰਾਂਗੇ ਨਾ, ਜਦੋਂ 2-2 4-4 ਅੰਗ ਨਿਤਾ ਪ੍ਰਤੀ ਪੜ੍ਹਾਂਗੇ, ਜਦੋਂ ਸ਼ਬਦ ਆਵੇਗਾ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਦੋਂ ਗੁਰੂ ਸਵਾਰੇ ਸ਼ਬਦ ਆਵੇਗਾ 18 10 20 ਸੰਗ ਇੱਥੋਂ ਇਹ ਸ਼ਬਦ ਰਾਗਮਾਲਾ ਪੜ੍ਹੀ ਜਾਵੇਗੀ, ਉਦੋਂ ਫਿਰ ਆਪਾਂ ਆਖਾਂਗੇ ਹਾਂ ਮੈਂ ਗੁਰੂ ਦੇ ਦੀਦਾਰ ਕੀਤੇ ਨੇ, ਦਰਸ਼ਨ ਕੀਤੇ ਨੇ। ਇਹ ਦਰਸ਼ਨ ਅਧੂਰੇ ਨੇ। ਅਸਲ ਦਰਸ਼ਨ ਉਦੋਂ ਹੋਣੇ ਜਦੋਂ ਆਪਾਂ ਸਤਿਗੁਰ ਦੀ ਬਾਣੀ ਨੂੰ ਪੜ੍ਹ ਲਵਾਂਗੇ, ਮੇਰਾ ਗੁਰੂ ਮੈਨੂੰ ਕੀ ਕੀ ਕਹਿ ਰਿਹਾ ਹੈ, ਮੈਂ ਕੀ ਕਰ ਰਿਹਾ ਤੇ ਮੇਰਾ ਗੁਰੂ ਮੈਨੂੰ ਕੀ ਕਹਿ ਰਿਹਾ ਹੈ। ਜਿਨ੍ਹਾਂ ਨੇ ਗੁਰੂ ਸਵਾਰੇ ਇਸ ਤਰ੍ਹਾਂ ਆਪਣੇ ਮਾਲਕ ਨੂੰ, ਪ੍ਰਭੂ ਨੂੰ ਦੇਖਣਾ ਕੀਤਾ ਨਾ, ਜੇ ਗੁਰੂ ਦੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ, ਪ੍ਰਮਾਤਮਾ ਦੇ ਦਰਸ਼ਨ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਾਉਣਗੇ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁਦ ਪ੍ਰਮਾਤਮਾ ਨੇ, ਪਰ ਲੋੜ ਹੈ ਭਾਵਨਾ ਦੀ, ਸ਼ਰਧਾ ਦੀ। ਜਦੋਂ ਸਾਡੀ ਸ਼ਰਧਾ ਭਾਵਨਾ ਨਹੀਂ ਬਣਦੀ, ਉਦੋਂ ਤੱਕ ਆਪਾਂ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਸਰੋ ਵਿਚਾਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਮਾਲਕ ਜੇ ਤੁਧ ਭਾਵਾ, ਜੇ ਤੈਨੂੰ ਭਾਉਂਦਾ ਨਾ, ਚੰਗਾ ਲੱਗਦਾ ਏ, ਫਿਰ ਤੂੰ ਆਪਣੇ ਦਰਸ਼ਨ ਦੀਦਾਰੇ ਸਾਨੂੰ ਬਖਸ਼ਿਸ਼ ਕਰਦਾ ਏ। ਭਾਏ ਭਗਤ ਸਾਚੇ ਗੁਣ ਗਾਵਾਂ, ਭਾਏ ਭਗਤ ਭਾਏ ਪ੍ਰੇਮ, ਪ੍ਰੇਮਾ ਭਗਤੀ ਦੇ ਰਾਹੀਂ ਹੀ ਸਾਚੇ ਗੁਣ ਗਾਵਾ। ਸੱਚੇ ਮਾਲਕ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਨੇ। ਜਿਹਦੇ ਅੰਦਰ ਪ੍ਰੇਮਾ ਭਗਤੀ ਹੈ ਨਾ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਉਹ ਗੁਣ ਗਾ ਕੇ ਉਸ ਵਾਹਿਗੁਰੂ ਵਿੱਚ ਫਿਰ ਭੇਦ ਹੋ ਜਾਂਦੇ ਨੇ। ਬਸ ਪ੍ਰੇਮ ਹੀ ਹਿਰਦੇ ਅੰਦਰ ਆਪਾਂ ਪੈਦਾ ਕਰਨਾ ਹੈ। ਇੱਕ ਗੁਰੂ ਸਵਾਰੇ ਆਪਾਂ ਨਿਤਾ ਪ੍ਰਤੀ ਸਤਿਗੁਰੂ ਨੂੰ ਮੱਥਾ ਟੇਕ ਲੈਣਾ, ਦੇਖ ਲਈ, ਕੜਾ ਪ੍ਰਸ਼ਾਦ ਹੀ ਘਰ ਚਲੇ ਗਏ, ਇਹ ਵੀ ਪ੍ਰੇਮ ਹੈ। ਸਤਿਗੁਰ ਦੀ ਹਜ਼ੂਰੀ 'ਚ ਚੱਲ ਕੇ ਆਉਣਾ,
ਸਤਿਗੁਰ ਦੇ ਚਰਨਾਂ ਚੱਲ ਕੇ ਅਨਿਤਾ ਪ੍ਰਤੀ ਹਾਜ਼ਰੀ ਆ ਭਰਨੀ ਆ। ਇਹ ਗੁਰੂ ਨਾਲ ਪ੍ਰੇਮ ਆ ਸਾਡਾ। ਪਰ ਪ੍ਰੇਮ ਪ੍ਰਮਾਣ ਕਦੋਂ ਹੋਣਾ? ਜਦੋਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਲਵਾਂਗੇ। ਸਭ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ 'ਚ ਕਰਮ ਕਰਨਾ ਪਵੇਗਾ ਕਿ ਆਪਣੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਪਵੇਗੀ। ਜਦੋਂ ਤੱਕ ਆਪਾਂ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਤਾਂ ਸਾਡਾ ਜੀਵਨ ਫਿਰ ਨਰਕ ਹੈ। ਗੁਰੂ ਸਵਾਰਿਓ, ਅੰਮ੍ਰਿਤ ਵੇਲਾ ਜ਼ਰੂਰੀ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਇਤਿਆਦ ਕਰਕੇ ਰਿਹਾ ਸੋਧ ਕੇ ਘੱਟੋ ਘੱਟ 10-15 ਮਿੰਟ ਜ਼ਰੂਰ ਕੱਢੋ। 10-15 ਮਿੰਟ ਗੁਰ ਮੰਤਰ ਤੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਕਰੋ। ਫਿਰ ਬਾਅਦ ਵਿੱਚ ਚਾਹੇ ਜਪਜੀ ਪੜ੍ਹੋ, ਜਾਪ ਪੜ੍ਹੋ, ਤੈ ਪ੍ਰਸਾਦ ਸਵਈਏ ਪੜ੍ਹੋ, ਪੰਜਾਂ ਬਣ ਨਿਤਨੇਮ ਕਰੋ, ਉਹ ਮੁਬਾਰਕ ਹੈ। ਪਰ ਮੂਲ ਮੰਤਰ ਤੇ ਗੁਰ ਮੰਤਰ ਸਾਡਾ ਮੁੱਢ ਹੈ। ਜਦੋਂ ਅਸੀਂ ਇਹ ਕਮਾਈ ਕਰਨ ਲੱਗ ਪਵਾਂਗੇ ਨਾ ਤੇ ਸਾਡੇ ਮਨ ਨੂੰ ਸ਼ਾਂਤੀ ਮਿਲੇਗੀ, ਸਕੂਨ ਮਿਲੇਗਾ। ਜਿਹੜਾ ਸਾਡਾ ਮਨ 10 ਦਿਸ਼ਾ ਵੱਲ ਦੌੜਿਆ ਭੱਜਿਆ ਫਿਰਦਾ ਨਾ, ਫਿਰ ਉਹ ਮਨ ਗੁਰੂ ਸਾਰੇ ਸਾਡਾ ਇੱਕ ਦਿਨ ਕੇਂਦਰਿਤ ਹੁੰਦਾ ਜਾਵੇ, ਹੌਲੀ ਹੌਲੀ ਟਿਕਾਅ ਵਿੱਚ ਆਵੇਗਾ। ਜ਼ਰੂਰੀ ਹੈ। ਜਦੋਂ ਆਪਾਂ ਇਹ ਕਰਾਂਗੇ ਤੇ ਜਿਉਂ-ਜਿਉਂ ਆਪਾਂ ਕਰਦੇ ਜਾਵਾਂਗੇ ਤਿਉਂ-ਤਿਉਂ ਸਾਡੇ ਅੰਦਰ ਪ੍ਰੇਮ ਜਿਹੜਾ ਹੈ ਉਹ ਵੱਧਦਾ ਜਾਵੇਗਾ। ਪ੍ਰੇਮ ਦੇ ਵਿੱਚ ਆਪਾਂ ਭੇਦ ਹੋ ਜਾਵਾਂਗੇ, ਲੀਨ ਹੋ ਜਾਵਾਂਗੇ। ਤੇ ਪ੍ਰੇਮ ਤੋਂ ਬਿਨਾਂ ਤਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਪ੍ਰੇਮ ਜਦੋਂ ਜੀਵ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਨਾ ਗੁਰੂ ਦੇ ਪ੍ਰਤੀ, ਚਾਹੇ ਉਹਦੇ ਸਰੀਰ ਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ, ਚਾਹੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ, ਆਪਣੇ ਪਿਆਰੇ ਨੂੰ ਚੇਤੇ ਕਰਨ ਨੂੰ ਨਹੀਂ ਹਟਦਾ, ਪਿਆਰ ਕਰਨ ਨੂੰ ਨਹੀਂ ਹਟਦਾ। ਸਤਿਗੁਰੂ ਬਚਨ ਕਰਦੇ ਨੇ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿੰਦੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਲਵਾਂ। ਸਰੀਰ ਦੇ ਟੁਕੜੇ ਟੁਕੜੇ ਕਰਦੇ ਆ, ਪਰ ਮਾਲਕ ਜੀ ਤੇਰਾ ਪ੍ਰੇਮ ਮੈਨੂੰ ਇਸੇ ਤਰ੍ਹਾਂ ਨਸੀਬ ਹੋਣਾ ਚਾਹੀਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਏ ਭਗਤ ਸਾਚੇ ਗੁਣ ਗਾਵਾਂ। ਹੇ ਮਾਲਕ, ਭਾਏ ਭਗਤ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਕੇ ਮੈਂ ਸੱਚੇ ਮਾਲਕ ਪ੍ਰਭੂ ਦੇ ਗੁਣ ਗਾਵਾਂ। ਮੇਰੇ ਉੱਤੇ ਇਹ ਬਖਸ਼ਿਸ਼ ਕਰ ਤੇ ਇਹੀ ਮੇਰੇ ਤੇ ਰਹਿਮਤ ਕਰਨਾ ਕਰ। ਤੁਧ ਭਾਣੇ ਤੂੰ ਭਾਵ ਹੈ ਕਰਤੇ, ਆਪੇ ਰਸਨ ਰਸਾਏ ਦਾ। ਫਿਰ ਸਤਿਗੁਰੂ ਨੇ ਭਾਣੇ ਦੀ ਗੱਲ ਕਰ ਦਿੱਤੀ। ਕਹਿੰਦੇ ਮਾਲਕ ਜੀ ਤੁਧ ਭਾਣੇ, ਜਿਹੜੇ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਤੂੰ ਕਰਤੇ ਵਾਹਿਗੁਰੂ, ਉਸੇ ਤਰ੍ਹਾਂ ਜੀਵ ਪਾਸੋਂ ਕਰਾ ਰਿਹਾ ਹੈ। ਜਿਹੜੇ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਹਨ, ਆਪਣੇ ਭਾਣੇ ਰਜਾ ਵਿੱਚ ਰੱਖ ਉਹਨਾਂ ਪਾਸੋਂ ਰਸਨਾ ਦੇ ਰਾਹੀਂ ਮਾਲਕ ਦਾ ਨਾਮ ਜਪਾਉਂਦਾ, ਆਪਣਾ ਨਾਮ ਜਪਾਉਂਦਾ। ਰਸਾਏ ਦਾ ਰਸਨਾ ਵਿੱਚ ਰਸ ਪੈਦਾ ਕਰ ਦਿੰਦਾ। ਹੁਣ ਕਈ ਸਾਡਾ ਇਹੋ ਜਿਹੀ ਹਾਲਾਤ ਨੇ, ਬਾਣੀ ਆਪਾਂ ਪੜ੍ਹਦੇ ਹਾਂ, ਸਿਮਰਨ ਆਪਾਂ ਕਰਦੇ, ਪਰ ਸਾਨੂੰ ਰਸ ਨਹੀਂ ਪਤਾ ਰਸ ਹੈ ਕੀ ਹੈ। ਰਸ ਕੀ ਹੈ? ਜੇ ਰਸ ਚੱਖਿਆ ਹੋਵੇ ਤਾਂ ਹੀ ਦੱਸ ਸਕਦੇ ਨੇ ਨਾ। ਪਰ ਸਤਿਗੁਰੂ ਕਹਿੰਦੇ ਨੇ ਰਸ ਆਪੇ ਰਸਨ ਰਸਾਏ ਦਾ। ਆਪਣੇ ਭਾਣੇ ਵਿੱਚ ਰੱਖ ਕੇ ਹੀ ਮਾਲਕ ਵਾਹਿਗੁਰੂ ਆਪ ਹੀ ਰਸ ਚਖਾਉਂਦਾ, ਰਸ ਜੀਵ ਦੇ 'ਚ ਰਸ ਪੈਦਾ ਕਰਨਾ, ਜਿਹਦੇ ਰਾਹੀਂ ਜੀਵ ਹਰ ਸਮੇਂ ਸਾਸ ਗਰਾਸ ਤਰ੍ਹਾਂ ਉਸ ਮਾਲਕ ਦਾ ਨਾਮ ਜਪਦਾ ਹੈ। ਤੇ ਰਸ ਪੈਦਾ ਕਰਨਾ ਵਾਹਿਗੁਰੂ ਉਹ ਆਪਣੀ ਰਜਾ ਵਿੱਚ ਲਾਉਂਦਾ। ਬਸ ਇੱਕ ਨਾ ਪਾਸੋਂ ਨਾਮ ਜਪਾ ਰਿਹਾ, ਆਪਣੀ ਦਰ ਦੀ ਸੇਵਾ ਕਰਵਾ ਰਿਹਾ ਏ। ਇੱਕ ਨਾ ਦੀ ਹਾਲਤ ਐਸੀ ਹੈ, ਰਹਿੰਦੇ ਗੁਰੂ ਦੇ ਦਰ ਦੇ ਕੋਲ ਹੀ ਨੇ, ਬਿਲਕੁਲ ਗੁਰੂ ਘਰ ਦੇ ਨਾਲ ਕੰਧਾਂ ਸਾਂਝੀਆਂ ਨੇ, ਪਰ ਗੁਰੂ ਸਰ ਉਹਨਾਂ ਨੂੰ ਮੱਥਾ ਟੇਕਣ ਦਾ ਹੁਕਮ ਵੀ ਨਹੀਂ ਹੈ। ਕਦੇ ਮੱਥਾ ਟੇਕਣ ਨਹੀਂ ਆਏ। ਇਹੋ ਜਿਹੀ ਹਾਲਤ ਹੈ। ਕਾਰਨ ਕੀ ਹੈ? ਕਿ ਪ੍ਰਭੂ ਦੀ ਰਜਾ ਹੈ, ਮਾਲਕ ਦਾ ਹੀ ਹੁਕਮ ਹੈ। ਜਿਸ ਕਰਕੇ ਸਮਾਂ ਕੱਢਿਆ ਕਰੋ ਜ਼ਰੂਰ। ਥੋੜ੍ਹਾ ਥੋੜ੍ਹਾ ਸਮਾਂ ਆਪਾਂ ਕੱਢੀਏ ਨਾ ਗੁਰੂ ਸਵਾਰੇ, ਸਾਨੂੰ ਮਾਲਕ ਦੀਆਂ ਪ੍ਰਭੂ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਹੇ ਪ੍ਰਭੂ ਤੁਧ ਭਾਣੇ ਤੂੰ ਭਾਵੈ ਕਰਤੇ।
ਜਿਹੜੇ ਤੇਰੇ ਭਾਣੇ ਵਿੱਚ ਚੱਲਦੇ ਨੇ ਨਾ, ਹੇ ਕਰਤੇ ਪ੍ਰਭੂ ਤੂੰ ਭਾਵੈ, ਤੈਨੂੰ ਉਹ ਭਾਉਂਦੇ ਹਨ, ਚੰਗੇ ਲੱਗਦੇ ਹਨ। ਆਪੇ ਰਸਨ ਰਸਾਇਆ, ਜਿਹੜੇ ਤੈਨੂੰ ਚੰਗੇ ਲੱਗਦੇ ਉਹਨਾਂ ਨੂੰ ਫਿਰ ਤੂੰ ਰਸਨਾ ਰਾਹੀਂ ਨਾਮ ਜਪਾਉਂਦਾ, ਉਹਨਾਂ ਦੀ ਰਸਨਾ ਦੇ ਵਿੱਚ ਰਸ ਰਸਾਇਣ ਦਾ ਰਸ ਪੈਦਾ ਕਰ ਦਿੰਦਾ ਹੈ। ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਭਏ ਹਰ ਦਾਸ ਤੁਮਾਰੇ। ਪ੍ਰਭੂ ਦੇ ਦਰ ਪਿਆਰੇ ਜਿਹੜੇ ਨੇ ਕਿੱਥੇ ਸੌਂਦੇ, ਕਿੱਥੇ ਸੋਭਨੀਕ ਹੁੰਦੇ ਨੇ। ਕਹਿੰਦੇ ਪ੍ਰਭੂ ਦੇ ਭਗਤ ਪ੍ਰਭੂ ਦੇ ਦਰਬਾਰ ਦੇ ਵਿੱਚ ਹੀ ਸੋਭਨੀਕ ਹੁੰਦੇ ਹਨ, ਉਹ ਮਾਲਕ ਦੇ ਦਰ 'ਤੇ ਹੀ ਪ੍ਰਵਾਨ ਹੁੰਦੇ ਨੇ। ਹੇ ਮਾਲਕ ਜੀ, ਮੁਕਤ ਭਏ ਹਰ ਦਾਸ ਤੁਮਾਰੇ, ਤੁਹਾਡੇ ਦਾਸ ਤੁਹਾਡੇ ਗੁਣ ਗਾ ਕੇ ਉਹ ਮੁਕਤ ਹੋ ਜਾਂਦੇ ਹਨ। ਹੁਣ ਗੱਲ ਗੁਰੂ ਸਾਹਿਬ ਭਗਤ ਬਣਨਾ ਅਤੇ ਭਗਤ ਸ਼ਬਦ ਨਾ ਰਖਾ ਲੈਣਾ, ਆਪਣੇ ਨਾਮ ਨਾਲ ਹਰੀ ਜਨ, ਹਰੀ ਦਾ ਪਿਆਰਾ, ਹਰੀ ਦਾ ਦਾਸ ਇਤਿਆਦਿ ਕੇ ਨਾਮ ਰਖਾ ਲੈਣੇ ਬਹੁਤ ਸੌਖੀ ਗੱਲ ਹੈ, ਪਰ ਭਗਤ ਬਣਨਾ ਬੜਾ ਔਖਾ ਹੈ। ਅਤੇ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਪ੍ਰੇਮ ਦੇ ਵਿੱਚ ਲੀਨ ਹੋ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਉਹ ਫਿਰ ਮਾਲਕ ਦੇ ਦਰਬਾਰ ਸੋਭਨੀਕ ਹੁੰਦੇ ਨੇ, ਪ੍ਰਵਾਨ ਹੁੰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਹੇ ਹਰੀ, ਉਹ ਤੁਹਾਡੇ ਦਾਸ ਸੇਵਕ ਹਨ। ਆਪ ਗਵਾਏ ਤੇਰਾ ਰੰਗ ਰਾਤੇ, ਅਨ ਦਿਨ ਨਾਮ ਧਿਆਏਂਦਾ। ਤੇਰੇ ਨਾਮ ਵਿੱਚ ਕਿਵੇਂ ਰਾਤੇ ਤਦਾਕਾਰ ਹੋਇਆ ਜਾ ਸਕਦਾ ਹੈ। ਵਾਹਿਗੁਰੂ ਨੂੰ ਸਤਿਗੁਰੂ ਨੂੰ ਸਵਾਲ ਕੀਤਾ ਜਗਿਆਸੂ ਜਨ ਨੇ ਕਿ ਸਤਿਗੁਰੂ ਜੀ, ਮਾਲਕ ਦੇ ਵਿੱਚ ਕਿਵੇਂ ਅਭੇਦ ਲੀਨ ਹੋਇਆ ਜਾ ਸਕਦਾ। ਤੇ ਪਾਤਸ਼ਾਹ ਕਹਿਣ ਲੱਗੇ ਆਪਣਾ ਆਪ ਗਵਾਉਣਾ ਪਵੇਗਾ। ਆਪਣਾ ਆਪ ਗਵਾਉਣਾ ਬੜਾ ਔਖਾ ਹੈ ਗੁਰੂ ਸਵਾਰਿਓ। ਆਪਣਾ ਆਪ ਗਵਾਉਣਾ, ਮੈਂ ਨੂੰ ਮਾਰਨਾ, ਮੈਂ ਖਤਮ ਕਰਨੀ। ਕਹਿ ਦੇਣਾ ਸੌਖਾ ਹੈ ਤੇ ਕਰਨਾ ਬੜਾ ਔਖਾ ਹੈ। ਕਬੀਰ ਸਾਹਿਬਾਨ ਜੀ ਨੇ ਮਾਇਆ ਤਿਆਗ ਦਿੱਤੀ, ਮਾਇਆ ਤਿਆਗ ਦਿੱਤੀ ਤੇ ਬੜਾ ਕਬੀਰ ਜੀ ਦਾ ਜਸ ਹੋਣ ਲੱਗ ਪਿਆ। ਮਾਇਆ ਦੇ ਤਿਆਗੀ ਬਣ ਗਏ, ਪ੍ਰੇਮਾ ਭਗਤੀ ਵੀ ਕਰਦੇ ਸੀ, ਪਰ ਥੋੜ੍ਹਾ ਜਿਹਾ ਮਾਣ ਆ ਗਿਆ ਕਿ ਮੈਂ ਮਾਇਆ ਤਿਆਗੀ ਹੋਈ ਹੈ। ਕੁਦਰਤੀ ਤੌਰ 'ਤੇ ਹੈ, ਜਦੋਂ ਜੀਵ ਸੱਚ ਦੇ ਰਾਹ 'ਤੇ ਚੱਲਦਾ ਅਤੇ ਬੜੀਆਂ ਰੁਕਾਵਟਾਂ ਆਉਂਦੀਆਂ ਨੇ। ਜਿਹੜੇ ਇਹ ਸਾਡੇ ਅੰਦਰ ਮਾਣ ਹੰਕਾਰ ਇਤਿਆਦਿਕ ਹੈ ਨਾ, ਇਹ ਪੰਜ ਨੇ, ਇਹ ਉਦੋਂ ਜ਼ੋਰ ਪਾਉਂਦੇ ਨੇ, ਆਪਣਾ ਬਲ ਦਿਖਾਉਂਦੇ ਨੇ। ਥੋੜ੍ਹਾ ਜਿਹਾ ਅਸਰ ਹੋਇਆ। ਹੋਰ ਅਸਰ ਕੀ ਹੋਇਆ? ਕਹਿੰਦੇ ਇੱਕ ਦਿਨ ਭਗਤ ਕਬੀਰ ਸਾਹਿਬਾਨ ਜੀ ਵਿਚਰਦੇ ਹੋਏ ਆਪਣੇ ਸਹੁਰੇ ਪਰਿਵਾਰ ਗਏ ਨੇ, ਮਾਤਾ ਲੋਈ ਜੀ ਨਾਲ ਨੇ। ਸਹੁਰੇ ਪਰਿਵਾਰ ਚਲੇ ਗਏ। ਅੱਗੋਂ ਸਹੁਰੇ ਪਰਿਵਾਰ ਨੇ ਕੀ ਕੀਤਾ, ਭਗਤ ਕਬੀਰ ਜੀ ਲਈ ਕਹਿੰਦੇ ਚੌਲ ਰੱਖੇ ਨੇ, ਉਬਲਦੇ ਹੋਏ ਚੌਲ ਖਾਣ ਲਈ ਰੱਖਣਾ ਕੀਤੇ। ਅਤੇ ਭਗਤ ਕਬੀਰ ਜੀ ਦੇ ਮਨ ਵਿੱਚ ਇਹ ਮਾਣ ਆਇਆ, ਮੈਂ ਇਹਨਾਂ ਦੇ ਘਰ ਦਾ ਜਵਾਈ ਭਾਈ ਹਾਂ ਅਤੇ ਮੇਰੀ ਟਹਿਲ ਸੇਵਾ ਚੰਗੀ ਤਰ੍ਹਾਂ ਨਹੀਂ ਕੀਤੀ ਕਿ ਮੇਰੇ ਅੱਗੇ ਇਹ ਉਬਲਦੇ ਹੋਏ ਚੌਲ ਰੱਖ ਦਿੱਤੇ ਨੇ। ਕਹਿੰਦੇ ਉਹ ਚੌਲਾਂ ਦਾ ਜਿਹੜੀ ਸਾਹਮਣੇ ਥਾਲ ਰੱਖਿਆ ਹੋਇਆ ਸੀ, ਜਾਂ ਪੱਤਲਾਂ ਪੁਰਾਣੇ ਪੱਤਲਾਂ ਉੱਤੇ ਛਕਦੇ ਸੀ, ਉਹ ਜਿਹੜਾ ਬਰਤਨ ਰੱਖਿਆ ਉਹਨੂੰ ਦੇਖ ਕੇ ਭਗਤ ਕਬੀਰ ਨੇ ਮੁੱਖ ਦੂਜੇ ਪਾਸੇ ਕੀਤਾ। ਜਦੋਂ ਮੁੱਖ ਦੂਜੇ ਪਾਸੇ ਕੀਤਾ, ਫਿਰ ਕੁਝ ਸਮੇਂ ਚੁੱਪ ਦਾ ਸ਼ਰਨਾਟਾ ਛਾਇਆ। ਫਿਰ ਮਨ ਵਿੱਚੋਂ ਆਵਾਜ਼ ਆਈ, ਮਨਾ ਇਹ ਕੀ ਕਰ ਰਿਹਾ? ਤੈਨੂੰ ਪਰਮਾਤਮਾ ਨੇ ਖਾਣ ਲਈ ਭੋਜਨ ਦੇਣਾ ਕੀਤਾ, ਤੂੰ ਇੱਥੋਂ ਮਨ ਮੁਟਾ ਕਰਦਾ ਹੈ। ਕਹਿਣ ਲੱਗੇ ਇਹ ਬਿਲਕੁਲ ਗਲਤ ਹੈ। ਅਤੇ ਭਗਤ ਜਦੋਂ ਰਿਹਾ ਨਹੀਂ ਗਿਆ, ਭਗਤ ਜੀ ਨੇ ਫਿਰ ਆਪਣੇ ਆਪ ਨੂੰ ਸੰਬੋਧਨ ਕਰਕੇ ਬਚਨ ਕੀਤਾ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨਬਰ ਗਲੇ, ਮਾਨ ਸਭੈ ਕੋ ਖਾਏ। ਕਹਿੰਦੇ ਕੀ ਹੋ ਗਿਆ ਜੇ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ? ਕਹਿੰਦੇ ਮਾਣ ਤਾਂ ਛੱਡਿਆ ਨਹੀਂ, ਮਾਣ ਤਾਂ ਅੰਦਰ ਖਲੋਤਾ ਹੈ। ਇਸੇ ਮਾਣ ਨੇ ਹੀ ਵੱਡੇ ਵੱਡੇ ਮੁਨੀਵਰ ਲੋਕ
ਜਿਨ੍ਹਾਂ ਦੇ ਗਲ ਤੱਕ ਪਹੁੰਚਿਆ ਹੋਇਆ ਇਹ ਮਾਣ ਹੀ ਸਾਰੇ ਸੰਸਾਰ ਨੂੰ ਖਾ ਰਿਹਾ ਹੈ। ਗੱਲ ਕੀ ਹੈ ਗੁਰੂ ਸਰੇ, ਆਪਣੇ ਅੰਦਰੋਂ ਆਪਣਾ ਆਪ ਗਵਾਉਣਾ ਬੜਾ ਔਖਾ ਹੈ। ਫਿਰ ਕਬੀਰ ਜੀ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਫਿਰ ਅੱਗੇ ਬਚਨ ਕਰਦੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਅਵਸਥਾ ਬਣਨੀ ਇਹੋ ਜੀ, ਜਦੋਂ ਆਪਣੇ ਵਿੱਚੋਂ ਮੈਂ ਨੂੰ ਆਪਾਂ ਗਵਾ ਦੇਵਾਂਗੇ, ਆਪਣੇ ਆਪ ਨੂੰ ਗਵਾ ਦਿਆਂਗੇ। ਨਹੀਂ, ਆਪਾਂ ਕੁਝ ਨਹੀਂ ਆ, ਜੋ ਕੁਝ ਹੈ ਪਰਮਾਤਮਾ ਹੀ ਹੈ। ਪਰ ਇਸ ਤਰ੍ਹਾਂ ਜਦੋਂ ਸਾਡੀ ਅਵਸਥਾ ਬਣੇਗੀ, ਫਿਰ ਸਾਰੀਆਂ ਥਾਵਾਂ 'ਤੇ ਉਹ ਵਾਹਿਗੁਰੂ ਸਾਨੂੰ ਨਜ਼ਰ ਆਵੇਗਾ। ਅਤੇ ਇੱਥੇ ਪਾਤਸ਼ਾਹ ਬਚਨ ਕਰਦੇ ਨੇ, ਆਪ ਗਵਾਏ। ਕਹਿੰਦੇ ਜਿਹੜੇ ਆਪਣੇ ਆਪ ਨੂੰ ਗਵਾ ਦਿੰਦੇ ਨੇ, ਆਪਣਾ ਮਾਣ ਤਿਆਗ, ਹੰਕਤਾ ਮਮਤਾ ਨੂੰ ਤਿਆਗ ਦਿੰਦੇ ਨੇ, ਉਹ ਫਿਰ ਕੀ ਕਰਦੇ ਨੇ, ਆਪ ਗਵਾਏ ਤੇਰਾ ਰੰਗ ਰਾਤੇ, ਉਹ ਤੇਰੇ ਰੰਗ ਵਿੱਚ ਪ੍ਰੇਮ ਵਿੱਚ ਰਾਤੇ ਤਦਾਕਾਰ ਰਹਿੰਦੇ ਨੇ। ਉਹ ਸਾਸ ਗਰਾਸ ਦਾ ਤੇਰਾ ਨਾਮ ਜਪਦੇ ਨੇ, ਤੇਰੇ ਚਰਨਾਂ 'ਚ ਬੇਨਤੀਆਂ ਕਰਦੇ ਨੇ ਕਿ ਤੁਧ ਭਾਵੈ ਤਾਂ ਬਖਸ਼ ਲੈ, ਖੋਟੇ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ, ਪਾਹਣ ਨੀਰ ਤਰੇ। ਉਹ ਤੇਰੀ ਸਿਫਤ ਕਰਦੇ, ਤੇਰੀ ਵਡਿਆਈ ਕਰਦੇ ਨੇ। ਬਸ ਉਹਨਾਂ ਨੂੰ ਤੇਤੋਂ ਬਿਨਾਂ ਹੋਰ ਕੁਝ ਚੰਗਾ ਨਹੀਂ ਲੱਗਦਾ। ਅਤੇ ਕਿਹੜਾ ਸਮਾਂ ਜਪਦੇ ਰਹੋ, ਜਿਵੇਂ ਆਪਾਂ ਸਮੇਂ ਦੀ ਵੰਡ ਕੀਤੀ ਹੈ ਨਾ ਗੁਰੂ ਸਾਹਿਬਾਨ ਨੇ, ਕਿ ਅੰਮ੍ਰਿਤ ਵੇਲੇ ਜਪਣਾ, ਫਿਰ ਸੰਧਿਆ ਵੇਲੇ ਜਪਣਾ, ਫਿਰ ਸੌਣ ਵੇਲੇ ਜਪਣਾ। ਇਹ 3 ਸਤਿਗੁਰੂ ਸਾਨੂੰ ਸਮੇਂ ਦਿੱਤੇ ਨੇ। ਅਤੇ ਸਤਿਗੁਰੂ ਕਹਿੰਦੇ ਨੇ, ਫਿਰ ਉਹ ਪੁੱਛਿਆ ਜਗਿਆਸੂ ਜਨਾਂ ਕਿ ਕਿਹੜਾ ਸਮਾਂ ਫਿਰ ਉਹ ਮਾਲਕ ਦੇ ਨਾਮ ਜਪਦੇ ਨੇ, ਤੇਰੇ ਭਾਣੇ ਚੱਲਦੇ ਨੇ, ਆਪਣੇ ਅੰਦਰ ਜੋ ਸਭ ਕੁਝ ਗਵਾਇਆ ਹੋਇਆ ਹੈ, ਤੇਰੇ ਗੁਣਾਂ ਦਾ ਗੈਣ ਕਰਦੇ ਨੇ। ਉਹ ਕਦੋਂ ਤੈਨੂੰ ਜਪਦੇ ਨੇ? ਕਹਿੰਦੇ ਅੰਨ ਦਿਨ, ਉਹ ਦਿਨ ਰਾਤ ਮਾਲਕ ਤੇਰੇ ਨਾਮ ਧਿਆਏਂਦਾ, ਤੇਰੇ ਨਾਮ ਨੂੰ ਹੀ ਉਹ ਧਿਆਉਂਦੇ ਹਨ। ਪਰ ਦਿਨ ਰਾਤ ਤੇਰੀ ਆਰਾਧਨਾ ਕਰਦੇ ਹਨ, ਤੇਰੇ ਗੁਣਾਂ ਦਾ ਗੈਣ ਕਰਦੇ ਨੇ। ਤੇਤੋਂ ਬਿਨਾਂ ਉਹਨਾਂ ਦਾ ਜਿਹੜਾ ਜੀਵਨ ਆਪਣੇ ਆਪ ਨੂੰ ਵਿਅਰਥ ਜਾਣਦੇ ਨੇ। ਇਸ ਤਰ੍ਹਾਂ ਉਹ ਮਾਲਕ ਜੀ ਤੇਰੇ ਗੁਣ ਗਾਇਨ ਕਰਦੇ ਹਨ। ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ। ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਹੋਰ ਕਿਹੜੇ ਕਿਹੜੇ ਨੇ ਜਿਹੜੇ ਤੇਰੇ ਗੁਣਾਂ ਦਾ ਗਾਇਨ ਕਰਦੇ ਹਨ? ਅਤੇ ਪਾਤਸ਼ਾਹ ਅਗਲੀ ਭਗਤੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਈਸ਼ਰ ਬ੍ਰਹਮਾ, ਬ੍ਰਹਮਾ ਅਤੇ ਸ਼ਿਵ ਜੀ, ਇਹਦੇ ਆਦਿ 3 ਦੇਵਤੇ ਜਿਹੜੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼। ਹੋਰ ਜਿੰਨੇ ਵੀ ਦੇਵੀ ਦੇਵਾ, ਦੇਵੀ ਦੇਵਤੇ ਹਿੰਦੂ ਮਤ ਅਨੁਸਾਰ ਇਹਨਾਂ ਦੀ ਗਿਣਤੀ 33 ਕਰੋੜ ਮੰਨੀ ਗਈ ਹੈ। ਪਰ ਜੇ ਆਪਾਂ ਉਦੋਂ ਦੀ ਆਬਾਦੀ ਦੀ ਗੱਲ ਕਰੀਏ ਨਾ, ਜਦੋਂ ਸੰਸਾਰ ਬਣਿਆ ਸੀ, ਦੇਵੀ ਦੇਵਤੇ ਸੰਸਾਰ 'ਚ ਆਏ, ਅਤੇ ਉਦੋਂ 33 ਕਰੋੜ ਲੋਕਾਂ ਦੀ ਗਿਣਤੀ ਨਹੀਂ ਸੀ। ਪਰ ਇਹਨਾਂ ਦੇ ਗ੍ਰੰਥ ਕਹਿੰਦੇ 33 ਕਰੋੜ ਦੇਵਤੇ ਮੰਨਦੇ ਨੇ। ਕਹਿੰਦੇ ਉਹ ਜਿੰਨੇ ਵੀ ਦੇਵੀ ਦੇਵਤੇ ਹਨ, ਬ੍ਰਹਮਾ ਵਿਸ਼ਨੂੰ ਮਹੇਸ਼ ਜੈਸੇ ਹਨ, ਕਹਿੰਦੇ ਇਹ ਸਾਰੇ ਹੀ ਅੱਗੇ ਬਚਨ ਕਹਿੰਦੇ ਇੰਦਰ ਤਪੇ ਮੁਨ ਤੇਰੀ ਸੇਵਾ। ਇੰਦਰ ਦੇਵਤਾ ਜਿਹਨੂੰ ਸਵਰਗ ਦਾ ਦੇਵਤਾ ਮੰਨਿਆ ਗਿਆ ਹਿੰਦੂ ਮਤ ਦੇ ਗ੍ਰੰਥਾਂ ਮੁਤਾਬਕ। ਅਤੇ ਪਾਤਸ਼ਾਹ ਕਹਿੰਦੇ ਹੋਰ ਅਨੇਕਾਂ ਤਪੀ ਤਪੇ, ਤਪ ਸਾਧਨਾ ਕਰਨ ਵਾਲੇ ਨੇ, ਮੁਨੀਵਰ ਲੋਕ, ਕਹਿੰਦੇ ਉਹ ਸਾਰੇ ਮਾਲਕ ਤੇਰੀ ਹੀ ਸੇਵਾ ਕਰਦੇ ਨੇ, ਤੇਰੇ ਹੀ ਗੁਣਾਂ ਦਾ ਗਾਇਨ ਕਰ ਰਹੇ ਹਨ। ਤੇਰੇ ਤੋਂ ਬਿਨਾਂ ਇਹਨਾਂ ਦਾ ਸਹਾਰਾ ਹੋਰ ਕੋਈ ਨਹੀਂ ਹੈ। ਇਹ ਸਾਰੇ ਤੇਰੀ ਆਰਾਧਨਾ ਕਰਦੇ ਹਨ। ਜਤੀ ਸਤੀ ਕੇਤੇ ਬਨਵਾਸੀ, ਅੰਤ ਨ ਕੋਈ ਪਾਏਦਾ। ਗੁਰੂ ਪਾਤਸ਼ਾਹ ਕਿਰਪਾ ਕਰ, ਜਤੀ ਜਿਹੜੇ ਆਪਣੇ ਜਤ ਵਿੱਚ ਕਾਇਮ ਨੇ, ਜਤੀ ਲੋਕ, ਸਤੀ ਜਿਹੜੀ ਆ ਆਪਣੇ ਸੱਤ ਵਿੱਚ ਕਾਇਮ ਨੇ,
ਆਪਣਾ ਸਤ ਜੀ ਨੇ ਕਦੇ ਭੰਗ ਨਹੀਂ ਹੋਣ ਦਿੱਤਾ। ਕਹਿੰਦੇ ਉਹ ਹੋਰ ਅਨੇਕਾਂ ਪ੍ਰਕਾਰ ਦੇ ਲੋਕ ਜਿਹੜੇ ਕੇਤੇ ਬਨਵਾਸੀ, ਕਈ ਕਹਿੰਦੇ ਜੰਗਲਾਂ ਵਿੱਚ ਜਾ ਕੇ ਬੈਠ ਗਏ ਕਿ ਸ਼ਾਇਦ ਪਰਮਾਤਮਾ ਸਾਨੂੰ ਇੱਥੋਂ ਪ੍ਰਾਪਤ ਹੋ ਜਾਵੇਗਾ। ਜੰਗਲਾਂ ਵਿੱਚ ਬੈਠ ਕੇ ਉਸ ਵਾਹਿਗੁਰੂ ਦੀ ਆਰਾਧਨਾ ਕਰਨ ਲੱਗ ਪਏ। ਕਹਿੰਦੇ ਉਹ ਸਾਰੇ ਤੇਰੇ ਗੁਣਾਂ ਦਾ ਗਿਆਨ ਕਰ, ਚਾਹੇ ਜਤੀ ਹੈ, ਚਾਹੇ ਸਤੀ ਹੈ, ਚਾਹੇ ਤਪੀਸਰ ਨੇ, ਚਾਹੇ ਬਨਵਾਸੀ ਬਨਾਂ ਵਿੱਚ ਰਹਿਣ ਵਾਲੇ ਹਨ। ਕਹਿੰਦੇ ਮਾਲਕ ਜੀ, ਹੇ ਪ੍ਰਭੂ ਸਤਿਗੁਰੂ ਕਿਰਪਾ ਕਰ ਸੋ ਇਹ ਤੇਰੇ ਅੰਤ ਨੂੰ ਪ੍ਰਾਪਤ ਕਰ ਸਕਦੇ ਨੇ। ਤੇ ਗੁਰੂ ਪਾਤਸ਼ਾਹ ਕਹਿੰਦੇ ਅੰਤ ਨਾ ਕੋਈ ਪਾਏਦਾ, ਨਹੀਂ ਇਹਨਾਂ ਵਿੱਚੋਂ ਤੇਰਾ ਕੋਈ ਅੰਤ ਨਹੀਂ ਪ੍ਰਾਪਤ ਕਰ ਸਕਦਾ। ਜੇ ਅੰਤ ਪ੍ਰਾਪਤ ਹੋ ਗਿਆ ਪਰਮਾਤਮਾ ਹੀ ਨਹੀਂ ਫਿਰ ਹੈਗਾ। ਜਿਹਨੂੰ ਪਰਮਾਤਮਾ ਦਾ ਮਾਲਕ ਪਰਮਾਤਮਾ ਆਖਿਆ ਜਾਂਦਾ, ਜੇ ਉਸ ਦਾ ਅੰਤ ਆਪਾਂ ਪਾ ਲਿਆ ਫਿਰ ਗੁਰੂ ਸਵਾਰੇ ਉਹਦਾ ਕੋਈ ਉਹ ਫਿਰ ਪਰਮਾਤਮਾ ਨਹੀਂ ਹੈ। ਫਿਰ ਤਾਂ ਕਹਿਣਾ ਫਲਾਣੀ, ਜਿਵੇਂ ਹੁਣ ਚੰਦਰਮਾ ਦਾ ਖੋਜ ਕੀਤੀ ਹੈ ਸਾਇੰਸਦਾਨਾਂ ਨੇ, ਵਿਗਿਆਨੀਆਂ ਨੇ ਚੰਦਰਮਾ ਦਾ ਖੋਜ ਕੀਤੀ, ਚੰਦਰਮਾ ਤੱਕ ਪਹੁੰਚ ਕਰ ਲਈ ਆਪਣੀ। ਤੇ ਚੰਦਰਮਾ ਦੇ ਕਹਿੰਦੇ ਇੱਕ ਜ਼ਮੀਨ ਹੈ, ਭੂਮੀ ਹੈ। ਇਹਦਾ ਮਤਲਬ ਕਿ ਇਹ ਚੰਦਰਮਾ ਦਾ ਅੰਤ ਪਾ ਲਿਆ, ਚੰਦਰਮਾ ਉੱਤੇ ਤੱਕ ਪਹੁੰਚ ਕਰ ਲਈ ਉਹਨਾਂ ਨੇ, ਉੱਥੇ ਤੱਕ ਪਹੁੰਚੇ ਨੇ। ਫਿਰ ਇਸ ਤਰ੍ਹਾਂ ਪਰਮੇਸ਼ਰ ਨੂੰ ਵੀ ਆਖਣਗੇ। ਪਰਮੇਸ਼ਰ ਬੇਅੰਤ ਹੈ, ਉਹਦਾ ਕੋਈ ਅੰਤ ਨਾ ਪਹਿਲਾਂ ਕੋਈ ਪਾ ਸਕਿਆ, ਨਾ ਹੁਣ ਪਾ ਸਕੇਗਾ, ਨਾ ਹੀ ਅਗਲੇਰੇ ਸਮੇਂ ਵਿੱਚ ਕੋਈ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਉਹ ਬੇਅੰਤ ਹੈ। ਗੁਰੂ ਸਵਾਰਿਓ, ਤੂੰ ਜਾਣਾਹੇ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਬਖਾਣੈ। ਜਿਹਨੂੰ ਤੂੰ ਜਣਾ ਦੇਵੇਂ ਮਾਲਕ, ਉਹ ਕੋਈ ਇੱਕ ਅੱਧਾ ਜੀਵ ਹੈ ਜਿਹੜਾ ਜਾਣ ਸਕਦਾ ਹੈ। ਤੇਰੀ ਬਖਸ਼ਿਸ਼ ਨਾਲ, ਕਿਰਪਾ ਦੇ ਨਾਲ ਹੀ ਤੇਰਾ ਦੀਆ ਨਾਮ ਬਖਾਣੈ। ਤੇਰੇ ਬਖਸ਼ੇ ਹੋਏ ਨਾਮ ਨੂੰ ਉਹ ਬਖਿਆਨ ਕਰਦੇ ਨੇ, ਭਾਵ ਤੇਰਾ ਨਾਮ ਜਪਦੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਇਹ ਜਤੀ ਸਤੀ ਕੇਤੇ ਬਨਵਾਸੀ, ਜਤ ਸਾਧਨਾ ਵਾਲੇ, ਤਪ ਸਾਧਨਾ ਵਾਲੇ ਸਤੀ ਲੋਕ ਇਤਿਆਦਿਕ ਬਨਵਾਸੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਬੈਠ ਗਏ। ਕਹਿੰਦੇ ਇਹ ਸਾਰੇ ਮਾਲਕ ਜੀ ਤੇਰੇ ਗੁਣਾਂ ਦਾ ਗਿਆਨ ਕਰਦੇ ਨੇ, ਪਰ ਇਹਨਾਂ ਵਿੱਚੋਂ ਕੋਈ ਤੇਰੇ ਅੰਤ ਨੂੰ ਨਹੀਂ ਪਾ ਸਕਿਆ। ਬਿਨ ਜਾਣ ਆਏ ਕੋਈ ਨਾ ਜਾਣੈ, ਜੋ ਕਿਛ ਕਰੇ ਸੋ ਆਪਣ ਭਾਣੈ। ਬਿਨਾ ਜਣਾਏ, ਬਿਨ ਜਾਣ ਆਏ ਕੋਈ ਨਾ ਜਾਣੈ, ਕੋਈ ਨਹੀਂ ਜਾਣ ਸਕਦਾ ਮਾਲਕ ਤੈਨੂੰ, ਤੂੰ ਹੀ ਜਣਾ ਦੇਵੇ ਨਾ ਜਿਹਨੂੰ। ਜਦੋਂ ਤੇਰੀ ਕਿਰਪਾ ਹੋ ਜਾਏ, ਮਹਿਰਾਮਤ ਹੋ ਜਾਵੇ, ਜਿਹਨੂੰ ਤੂੰ ਜਣਾ ਦੇਵੇ, ਫਿਰ ਉਹ ਜੀਵ ਤੈਨੂੰ ਕੋਈ ਕੱਦਾ ਜੀਵ ਜਾਣ ਸਕਦਾ ਹੈ। ਉਹ ਵੀ ਤੇਰੇ ਸਾਰੇ ਭੇਦ ਨੂੰ ਨਹੀਂ ਸਮਝ ਸਕਦਾ। ਹੁਣ ਦੇਖੋ, ਆਪਾਂ ਉਦਾਹਰਨ ਤੌਰ ਦੇਖੀਏ, ਗੁਰੂ ਕਾਲ ਦੇ ਆਪਾਂ ਸਮੇਂ ਦੀ ਗੱਲ ਕਰੀਏ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਪਣੇ ਪਿਤਾ ਗੁਰੂ ਨੂੰ ਗੁਰੂ ਮੰਨਿਆ, ਪਰ ਪਰਮੇਸ਼ਰ ਨਹੀਂ ਮੰਨ ਸਕੇ। ਉਹ ਬਾਅਦ ਵਿੱਚ ਵੱਖਰੀ ਗੱਲ ਹੈ, ਸਤਿਗੁਰੂ ਜੋਤੀ ਜੋ ਸਮਾ ਗਏ ਅਤੇ ਬਾਅਦ ਵਿੱਚ ਇਹਨਾਂ ਨੂੰ ਪਛਤਾਵਾ ਕੀਤਾ ਕਿ ਸਾਡਾ ਪਿਤਾ ਤਾਂ ਐਡਾ ਵੱਡਾ ਸੀ। ਬਖਸ਼ਿਸ਼ ਕਿਹਦੇ ਉੱਤੇ ਹੋਈ ਹੈ? ਭਾਈ ਲਹਿਣੇ ਨੇ ਗੁਰੂ ਸਾਰੇ ਗੁਰੂ ਮੰਨ ਲਿਆ ਕਿ ਗੁਰੂ ਹੈ, ਇਹ ਨਿਰੰਕਾਰ ਹੈ। ਅਤੇ ਲਹਿਣੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਜਾਣਿਆ ਕਿ ਇਹ ਨਿਰੰਕਾਰ ਹੈ, ਅਤੇ ਬਾਬੇ ਬੁੱਢੇ ਨੂੰ ਕਹਿ ਦਿੱਤਾ ਕਿ ਤੇਤੋਂ ਕਦੇ ਓਹਲੇ ਨਾ ਹੋਸਾਂ, ਬਖਸ਼ਿਸ਼ ਕਰ ਦਿੱਤੀ ਨਾ। ਇਹ ਬਖਸ਼ਿਸ਼ਾਂ ਹੁੰਦੀਆਂ ਨੇ, ਅਤੇ ਬਖਸ਼ਿਸ਼ ਹੋਈ ਹੈ ਭਾਈ ਲਹਿਣੇ ਉੱਤੇ। ਫਿਰ ਆਪਾਂ ਅੱਗੇ ਗੱਲ ਕਰੀਏ। ਦੇਖੋ, ਇੱਕ ਕੁਲ ਵਿੱਚ ਜਨਮ ਹੋਇਆ ਹੋਵੇ, ਗੁਰੂ ਕੁਲ ਵਿੱਚ ਜਨਮ ਹੋਇਆ ਬਾਬਾ ਪ੍ਰਿਥੀ ਚੰਦ ਦਾ, ਬਾਬਾ ਮਹਾਦੇਵ ਜੀ ਦਾ, ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਨਾਨਕ ਦੀ ਜੋਤ ਮੰਨਿਆ। ਇਹ ਗੁਰੂ ਨਾਨਕ ਹੈ, ਮੇਰੇ ਪਿਤਾ ਵਿੱਚ ਗੁਰੂ ਨਾਨਕ ਦੀ ਜੋਤ ਸਮਾਈ ਹੋਈ ਹੈ, ਅਤੇ ਪਿਤਾ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ। ਅੱਗੋਂ ਜੇ ਗੱਲ ਕਰੀਏ ਪ੍ਰਿਥੀ ਚੰਦ ਦੀ, ਹੈ ਤਾਂ ਪ੍ਰਿਥੀ ਚੰਦ ਦੀ ਬੀਬੀ ਭਾਨੀ ਦਾ ਜਾਇਆ ਸੀ ਨਾ, ਵੱਡਾ ਪੁੱਤਰ ਸੀ। ਅਤੇ ਪ੍ਰਿਥੀ ਚੰਦ ਨੇ ਆਪਣੇ ਪਿਤਾ ਗੁਰੂ ਨੂੰ ਗੁਰੂ ਨਾਨਕ ਦਾ ਸਰੂਪ ਨਹੀਂ ਮੰਨਣਾ ਕੀਤਾ। ਇਹ ਸੱਚ ਹੈ। ਜੇ ਮੰਨਿਆ ਹੁੰਦਾ ਕਦੇ ਪ੍ਰਿਥੀ ਚੰਦ ਉਪਦਰਵ ਨਹੀਂ ਕਰਦਾ,
ਝਗੜਾ ਨਹੀਂ ਕਰਦਾ। ਜੇ ਗੁਰੂ ਨਾਨਕ ਦਾ ਰੂਪ ਮੰਨਿਆ ਹੁੰਦਾ ਤੇ ਉਹੀ ਪ੍ਰਿਥੀ ਚੰਦ ਗੁਰੂ ਸਰੇ ਬੇਮੁਖ ਹੋ ਗਿਆ। ਇੱਥੋਂ ਤੱਕ ਗੁਰੂ ਪਾਤਸ਼ਾਹ ਦੇ ਸਨਮੁਖ ਸਤਿਗੁਰ ਨੂੰ ਗਲਤ ਬੋਲਣ ਲੱਗ ਪਿਆ ਸੀ ਤੇ ਪਾਤਸ਼ਾਹ ਨੇ ਸਮਝਾਇਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਇਹ ਸ਼ਬਦ ਉਚਾਰਨ ਕਰ ਬਾਤ ਸਮਝਾਇਆ। ਤੇ ਕਹਿਣ ਦਾ ਭਾਵ ਹੈ ਕਿ ਜਿਹੜੀ ਕਿਸੇ ਉੱਤੇ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ ਗੁਰੂ ਦੀ, ਉਹੀ ਗੁਰੂ ਸਿਰ ਉਸ ਮਾਲਕ ਦੇ ਨਾਮ ਨੂੰ ਜਾਣ ਸਕਦਾ ਹੈ। ਗੁਰੂ ਅਰਜਨ ਦੇ ਮਹਾਰਾਜ ਨੇ ਜਾਣਿਆ, ਉਹਨਾਂ ਦੇ ਸੇਵਕਾਂ ਨੇ ਜਾਣਿਆ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਰਹਿਮਤ ਹੋਵੇ। ਕਹਿੰਦੇ ਤੂੰ ਜਾਣ ਆਏ, ਕਹਿੰਦੇ ਹੇ ਵਾਹਿਗੁਰੂ, ਜੇ ਤੂੰ ਕਿਰਪਾ ਕਰੇ ਨਾ, ਬਿਨ ਜਾਣ ਆਏ, ਬਿਨਾਂ ਜਾਣਿਆ ਕੋਈ ਨਾ ਜਾਣੈ, ਕੋਈ ਨਹੀਂ ਜਾਣ ਸਕਦਾ। ਜੋ ਕੁਛ ਕਰੇ ਸੋ ਆਪਣ ਭਾਣੈ, ਜੋ ਕੁਝ ਕਰ ਰਿਹਾ ਨਾ ਤੂੰ ਆਪਣੀ ਰਜਾ ਵਿੱਚ ਹੀ ਕਰ ਰਿਹਾ, ਆਪਣੇ ਹੁਕਮ 'ਚ ਕਰ ਰਿਹਾ। ਤੇਰਾ ਹੁਕਮ ਅਮੋੜ ਹੈ, ਕੋਈ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ ਹੈ। ਤੂੰ ਸਭ ਕੁਝ ਆਪ ਹੀ ਕਰਨ ਵਾਲਾ ਹੈ, ਸਭ ਕੁਝ ਤੇਰੇ ਹੱਥ ਵਿੱਚ ਹੈ। 184 ਜੀ ਉਪਾਏ, ਭਾਣੈ ਸਾਹ ਲਵਾਏ ਦਾ। ਹੇ ਵਾਹਿਗੁਰੂ ਜੀ, ਆਪ ਜੀ ਨੇ 84 ਲੱਖ ਜੀ ਪੈਦਾ ਕਰ ਦਿੱਤੇ। ਗਿਣਤੀ ਹੈ 84 ਲੱਖ, 84 ਲੱਖ ਜੂਨਾਂ, ਐਨੇ ਜੀਵ ਜੰਤੂ ਆਪ ਜੀ ਨੇ ਪੈਦਾ ਕੀਤੇ ਤੇ ਆਪਣੀ ਰਜਾ ਦੇ ਵਿੱਚ ਹੀ ਸਾਰਿਆਂ ਨੂੰ ਸਾਹ ਲਵਾਏਂਦਾ ਤੇ ਸਾਹ ਸਾਰਿਆਂ ਨੂੰ ਦੇ ਰਿਹਾ ਹੈ। ਜੋ ਤੇਰੀ ਰਜਾ ਖਤਮ ਹੁੰਦੀ ਹੈ ਉਦੋਂ ਆਪਣੇ ਹੁਕਮ ਵਿੱਚ ਹੀ ਸਾਹਾਂ ਨੂੰ ਖਿੱਚ ਲੈਂਦਾ ਹੈ ਤੇ ਆਪਣੇ ਹੁਕਮ ਸਾਹਾਂ ਨੂੰ ਪਾ ਦਿੰਦਾ ਹੈ। ਭਾਵ ਆਪ ਹੀ ਤੂੰ ਮਾਰਨ ਵਾਲਾ ਤੇ ਆਪ ਹੀ ਜਵਾਲਣ ਵਾਲਾ ਹੈ। ਸਭ ਕੁਝ ਮਾਲਕ ਜੀ ਤੇਰੇ ਵਾਸਤੇ ਵਿੱਚ ਹੈ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ